बाणी गुरु गुरु है बाणी, विच बाणी अमृत सारे। गुरबाणी कहे सेवक जन मन, परतख गुरु निस्तारे। गुरबाणी कहे सेवक जन मन, परतख गुरु निस्तारे। परम सन्मानयोग गुरता गद्दी ते सुभाईमान चावर शातर तख्त जी दे मालक याहराज हूर हाजरा हजूर दसा बादशाहियां दे आत्मक स्वरूप धन 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 साहिब सतगुरु श्री गुरु ग्रंथ साहिब महाराज जी दी पावन पवित्र हाजूरी अंदर सतगुरां दे अंदरों घरों वरसाए हुए पूर्ण गुरसिख ब्रह्म ज्ञानी गुरु के प्यारे धन धन बाबा भाई झाड़ू साहिब जी दे पवित्र अस्थानां ते सत संगत रूप हो करके हाजरियां भर रहे गुरु प्यारिओ गुरु सवारिओ, सत्कार सहित गुर फतेह प्रवान करो। आखो जी वाहिगुरु जी का खालसा वाहिगुरु जी की फतेह। वडभागे हो अमृत वेले तो सतगुरां दे दर्शन दीदार परस करके अमृतमयी पंजा बाणियां दे नितनेम सरवण करके अते अमृतमयी गुरबाणी आसा की वार दा कीर्तन सरवण करके अपने जीवन नूं सवारण दा यतन कर रहे सी। वडभागे हो सतगुरां दी अपार किरपा सदका पिछला माघ दा महीना सुख शांति नाल बतीत होया है। सतगुरां दा कोटान कोट शुक्र है। अज फागण दा महीना प्रारंभ होया है। सतगुरु साहिब जी किरपा करन अपने भाणे अंदर बाणी पढ़दियां सिमरन करदियां सतसंगत करदियां शुभ कर्म करदियां बतीत करवाउण संगरांद दे दिहाड़े नूं मुख रखदियां होया आप जी ने हुणे हुणे 12 माह दी पावन गुरबाणी का पाठ सरवण कीता है। हुण आपां कुछ समय वास्ते जो पातशाह सतगुरु श्री गुरु अर्जन देव पातशाह जी ने फागण दे महीने द्वारा साडे कलयुग जीवां ताईं पावन उपदेश बख्शिश कीता है।
ਉਹ ਪਾਵਨ ਉਪਦੇਸ਼ ਸਰਵਣ ਕਰਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰਨਾ ਹੈ। ਮਨ ਦੀ ਇਕਾਗਰਤਾ ਵਾਸਤੇ ਉਚਾਰਨ ਕਰਨਾ ਕਰੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਗੰਭੀਰਤਾ ਦੇ ਸਾਗਰ, ਗੁਰਬਾਣੀ ਰਚਨਹਾਰ, ਧੰਨ 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 ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਾਗਣ ਦੇ ਮਹੀਨੇ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਇੱਥੇ ਫਾਗਣ ਦੀ ਥਾਂ ਤੇ ਸਤਿਗੁਰਾਂ ਨੇ ਫਲਗੁਣ ਸ਼ਬਦ ਵਰਤਿਆ ਹੈ। ਕਈ ਸ਼ਬਦ ਸਮੇਂ ਨਾਲ ਬਦਲੇ ਨੇ, ਜਿਵੇਂ ਸੰਗਰਾਂਦ ਨੂੰ ਪਹਿਲਾਂ ਸੰਕਰਾਂਤ ਕਿਹਾ ਜਾਂਦਾ ਸੀ, ਅੱਜ ਆਪਾਂ ਸੰਗਰਾਂਦ ਉਚਾਰਨ ਕਰਦੇ ਹਾਂ। ਜਿਵੇਂ ਗੁਥਲੀ ਨੂੰ ਪਹਿਲਾਂ ਗੁਹਜ ਥਲੀ ਕਿਹਾ ਜਾਂਦਾ ਸੀ, ਬਿਆਸ ਨੂੰ ਪਹਿਲਾਂ ਬਿਪਾਸਾ ਕਿਹਾ ਜਾਂਦਾ ਸੀ, ਅੱਜ ਕੱਲ੍ਹ ਬਿਆਸਾ ਕਹਿੰਦੇ। ਸਤਲੁਜ ਨੂੰ ਪਹਿਲਾਂ ਸਤੁਦਰਵ ਕਿਹਾ ਜਾਂਦਾ ਸੀ, ਜਿਹਦਾ ਜ਼ਿਕਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚੌਪਈ ਸਾਹਿਬ ਦੀ ਬਾਣੀ ਵਿੱਚ ਵੀ ਕੀਤਾ ਹੈ। ਸੰਬਤ 70 ਹੈ ਸਹਿਸ ਭਨੇਜੈ, ਅਰਧ ਸਹਿਸ ਫੁਣ ਤੀਨ ਕਹੇਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤੁਦਰਵ ਗ੍ਰੰਥ ਸੁਧਾਰਾ। ਉੱਥੇ ਸਤੁਦਰਵ ਦਾ ਅਰਥ ਹੈ ਸਤਲੁਜ। ਇਸੇ ਤਰ੍ਹਾਂ ਵਿਦਵਾਨਾਂ ਦੀ ਲਿਖਤ ਮੁਤਾਬਕ ਪਹਿਲਾਂ ਇਸ ਮਹੀਨੇ ਨੂੰ ਫਲਗੁਣ ਕਿਹਾ ਜਾਂਦਾ ਸੀ, ਅੱਜ ਆਪਾਂ ਫੱਗਣ ਕਹਿੰਦੇ ਹਾਂ। ਪਰ ਜੇ ਗੁਰਬਾਣੀ ਦੇ ਮੁਤਾਬਕ ਇਸ ਨੂੰ ਵਿਚਾਰਿਆ ਜਾਵੇ ਤੇ ਸਤਿਗੁਰਾਂ ਨੇ ਇੱਥੇ ਇਸ ਮਹੀਨੇ ਦਾ ਫਲਗੁਣ ਨਾ ਤਾਂ ਉਚਾਰਨ ਕੀਤਾ ਹੈ ਕਿਉਂਕਿ ਇਹ ਸਾਲ ਦਾ ਆਖਰੀ ਮਹੀਨਾ ਹੈ ਤੇ ਸਤਿਗੁਰਾਂ ਨੇ 12 ਮਾਹ ਦੀ ਪਾਵਨ ਗੁਰਬਾਣੀ ਦੇ ਅੰਦਰ ਇਹ ਕੇਵਲ 12 ਮਹੀਨਿਆਂ ਦਾ ਉਚਾਰਨ ਨਹੀਂ ਕੀਤਾ। ਇਉਂ ਸਮਝ ਲਓ ਕਿ ਸਾਡੇ ਜੀਵਨ ਦੀਆਂ 12 ਅਵਸਥਾਵਾਂ ਦਾ ਜ਼ਿਕਰ ਕਰ ਦਿੱਤਾ ਹੈ। ਜਿਵੇਂ ਹੁਣ ਪਹਿਲੀ ਪੌੜੀ ਆਪਾਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਸਤਿਗੁਰਾਂ ਨੇ ਇਹ ਦਰਸਾਇਆ ਹੈ ਕਿ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲਹੁ ਰਾਮ, ਚਾਰ ਕੁੰਟ ਦਹ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ, ਧੇਨ ਦੁਧਾ ਤੇ ਬਾਹਰੀ, ਕਿਤੈ ਨ ਆਵੈ ਕਾਮ। ਪਹਿਲੀ ਪੌੜੀ ਵਿੱਚ ਇਹ ਦਰਸਾਇਆ ਹੈ ਕਿ ਇਹ ਜੀਵ ਕੀਤੇ ਹੋਏ ਕਰਮਾਂ ਕਰਕੇ ਪਰਮੇਸ਼ਰ ਨਾਲੋਂ ਵਿਛੜਿਆ ਹੋਇਆ। ਜਿੰਨਾ ਚਿਰ ਮਨੁੱਖ ਨੂੰ ਇਹ ਵਿਸ਼ਵਾਸ ਨਹੀਂ ਹੋਇਆ, ਅਹਿਸਾਸ ਨਹੀਂ ਹੋਇਆ ਕਿ ਮੈਂ ਕਰਤੇ ਨਾਲੋਂ ਪਰਮੇਸ਼ਰ ਨਾਲੋਂ ਵਿਛੜਿਆ ਹੋਇਆ ਹਾਂ,
ਓਨਾ ਚਿਰ ਇਹ ਕਦੇ ਵੀ ਉਸ ਮਾਲਕ ਦੇ ਲੜ ਨਹੀਂ ਲੱਗੇਗਾ, ਉਸ ਪਰਮੇਸ਼ਰ ਨੂੰ ਚੇਤੇ ਨਹੀਂ ਕਰੇਗਾ। ਫਿਰ ਸਤਿਗੁਰਾਂ ਨੇ ਅੱਗੇ ਮਹੀਨਿਆਂ ਦੀ ਆਰੰਭਤਾ ਕੀਤੀ ਤਾਂ ਪਾਤਸ਼ਾਹ ਨੇ ਇਥੋਂ ਸ਼ੁਰੂ ਕੀਤੀ ਹੈ ਕਿ ਚੇਤ ਗੋਵਿੰਦ ਆਰਾਧਿਆ ਹੋਵੇ ਆਨੰਦ ਘਣਾ। ਚੇਤਰ ਦੇ ਮਹੀਨੇ ਵਿੱਚ ਉਹ ਅਵਸਥਾ ਦਰਸਾਈ ਹੈ ਕਿ ਜੇ ਤੂੰ ਵਿਛੜਿਆ ਹੋਇਆ ਹੈ ਤਾਂ ਉਸ ਗੋਵਿੰਦ ਪਰਮੇਸ਼ਰ ਦੀ ਆਰਾਧਨਾ ਕਰੇਗਾ ਤੇ ਤੇਰੇ ਜੀਵਨ ਦੇ ਵਿੱਚ ਘਣਾ ਦਾ ਬਹੁਤਾ ਆਨੰਦ ਪ੍ਰਾਪਤ ਹੋ ਜਾਵੇਗਾ। ਤੇ ਚੇਤ ਤੋਂ ਬਾਅਦ ਵੈਸਾਖ ਦਾ ਜ਼ਿਕਰ ਕੀਤਾ ਹੈ। ਵੈਸਾਖ ਧੀਰਨ ਕਿਉਂ ਵਾਢੀ ਆ ਜਿਨ੍ਹਾਂ ਪ੍ਰੇਮ ਵਿਛੋਹ, ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ। ਜਦੋਂ ਤੂੰ ਗੋਵਿੰਦ ਦੀ ਆਰਾਧਨਾ ਕਰੇਗਾ ਤਾਂ ਤੇਰੇ ਅੰਦਰ ਇੱਕ ਤੜਫ ਪੈਦਾ ਹੋਵੇਗੀ ਕਿ ਮੈਂ ਵਿਛੜਿਆ ਹੋਇਆ, ਮੈਂ ਉਸ ਨਾਲ ਮਿਲਣਾ ਹੈ। ਤੇ ਇਹ ਵੀ ਪਤਾ ਲੱਗੇਗਾ ਕਿ ਮੈਂ ਵਿਛੜਿਆ ਕਿਉਂ ਆ, ਮੈਨੂੰ ਮਾਇਆ ਨੇ ਛੜ ਲਿਆ ਹੈ, ਮੈਂ ਤਾਂ ਵਾਹਿਗੁਰੂ ਨੂੰ ਵਿਸਾਰ ਦਿੱਤਾ ਹੈ। ਤੇ ਫਿਰ ਜਦੋਂ ਸੰਤਾਂ ਦਾ, ਰੱਬ ਦੇ ਪਿਆਰਿਆਂ ਦਾ ਮਿਲਾਪ ਹੋਵੇਗਾ ਤੇ ਵਿਸਾਖ ਦਾ ਮਹੀਨਾ ਵੀ ਤੈਨੂੰ ਸੁਹਾਵਣਾ ਲੱਗੇਗਾ। ਫਿਰ ਤੇਰੇ ਅੰਦਰ ਇੱਕ ਤੜਫ ਪੈਦਾ ਹੋਵੇਗੀ ਕਿ ਉਸ ਮਾਲਕ ਨਾਲ ਜੁੜਨਾ ਚਾਹੀਦਾ ਜਿਸ ਦੇ ਅੱਗੇ ਸਾਰੀ ਦੁਨੀਆ ਨਿਉਂਦੀ ਹੈ। ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਵੰਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਜਿਹਦੇ ਪੱਲੇ ਲੱਗ ਜਾਈਏ ਤੇ ਉਹ ਵਾਹਿਗੁਰੂ ਕਿਸੇ ਨੂੰ ਬੰਨਣ ਨਹੀਂ ਦਿੰਦਾ, ਜਮਾਂ ਦੀ ਪੁਰੀ ਨੂੰ ਨਹੀਂ ਜਾਣ ਦਿੰਦਾ। ਫਿਰ ਉਹਦੇ ਨਾਲ ਜੁੜਨ ਦੀ ਤਾਂਘ ਪੈਦਾ ਹੋਵੇਗੀ ਅਤੇ ਫਿਰ ਤੇਰੇ ਭਾਗ ਉੱਤਮ ਬਣ ਜਾਣਗੇ। ਜਦੋਂ ਤੂੰ ਉਹਦੇ ਨਾਲ ਜੁੜਨ ਦਾ ਯਤਨ ਕਰੇਗਾ ਫਿਰ ਤੈਨੂੰ ਇਹ ਸਮਝ ਪਵੇਗੀ ਕਿ ਹਾੜ ਦਾ ਮਹੀਨਾ ਜਿਹੜਾ ਹੈ, ਆਸਾੜਤ ਬੰਦਾ ਤਿਸ ਲੱਗਾ ਹਰ ਨਾਹੋ ਨ ਜਿੰਨਾ ਪਾਸ। ਜਿਵੇਂ ਬਾਹਰੋਂ ਤਪਦਾ ਹੈ ਤਿਵੇਂ ਅੰਦਰ ਵੀ ਉਹਨਾਂ ਦਾ ਤਪਦਾ ਹੈ ਜਿਨ੍ਹਾਂ ਦੇ ਕੋਲ ਵਾਹਿਗੁਰੂ ਪਤੀ ਨਹੀਂ ਹੈ, ਜਿਹੜੇ ਪਰਮੇਸ਼ਰ ਨਾਲੋਂ ਟੁੱਟੇ ਹੋਏ ਨੇ। ਜਗ ਜੀਵਨ ਪੁਰਖ ਵਿਸਾਰ ਕੈ ਜਾਇਕ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਜਿਨ੍ਹਾਂ ਨੇ ਮਨੁੱਖਾਂ ਤੇ ਆਸ ਰੱਖੀ ਹੋਈ ਹੈ ਉਹਨਾਂ ਦਾ ਅੰਦਰ ਤਪਦਾ ਹੈ, ਪਰ ਜਦੋਂ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ ਹਿਰਦੇ ਵਿੱਚ ਹੋ ਜਾਂਦਾ ਹੈ ਫਿਰ ਹਾੜ ਦਾ ਮਹੀਨਾ ਵੀ ਸੁਹਾਵਣਾ ਬਣ ਜਾਂਦਾ ਹੈ। ਤੇ ਜਦੋਂ ਚਰਨਾਂ ਕਮਲਾਂ ਦੇ ਨਾਲ ਪਿਆਰ ਬਣਦਾ ਹੈ ਫਿਰ ਸਾਵਣ ਸਰਸੀ ਕਾਮਣੀ। ਚਰਨ ਕਮਲ ਸਿਉ ਪਿਆਰ ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਫਿਰ ਸਾਵਣ ਦੇ ਵਿੱਚ ਉਹ ਜੀਵ ਰੂਪੀ ਇਸਤਰੀ ਜਿਹੜੀ ਹੈ ਕਹਿੰਦੇ ਨੇ ਉਹ ਫਿਰ ਨਾਮ ਰਸ ਦੇ ਸਹਿਤ ਹੋ ਜਾਂਦੀ ਹੈ। ਜਿਹਦਾ ਵਾਹਿਗੁਰੂ ਦੇ ਚਰਨਾਂ ਕਮਲਾਂ ਨਾਲ ਪਿਆਰ ਬਣ ਜਾਂਦਾ ਹੈ ਫਿਰ ਉਹਦਾ ਮਨ ਤੇ ਤਨ ਇੱਕ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਤੇ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਗਲ ਹਾਰ। ਫਿਰ ਉਹਨਾਂ ਨੇ ਗਲੇ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਹਾਰ ਪਹਿਨ ਲਿਆ ਹੈ। ਅਵਸਥਾ ਹੈ ਹਰ ਮਹੀਨੇ ਵਿੱਚ ਬਦਲਦੀ। ਫਿਰ ਮਨੁੱਖ ਨੂੰ ਇਹ ਸੋਝੀ ਆਉਂਦੀ ਹੈ ਕਿ ਭਾਦੇ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ। ਭਾਦਰੋਂ ਦੇ ਮਹੀਨੇ ਵਿੱਚ ਉਹ ਜੀਵ ਰੂਪੀ ਇਸਤਰੀਆਂ ਭਰਮਦੀਆਂ ਰਹਿੰਦੀਆਂ ਨੇ ਜਿਨ੍ਹਾਂ ਦਾ ਪਿਆਰ ਰੱਬ ਨਾਲੋਂ, ਗੁਰੂ ਨਾਲੋਂ ਟੁੱਟ ਕਰਕੇ ਹੋਰ ਪਾਸੇ ਜੁੜ ਗਿਆ। ਫਿਰ ਇਹ ਵੀ ਸਮਝ ਪੈਂਦੀ ਹੈ ਐਸੇ ਭਾਦੋਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ। ਜਿਹੜਾ ਗੁਰੂ ਨਾਲ ਪ੍ਰੇਮ ਰੱਖਣ ਵਾਲਾ ਉਹ ਨਰਕਾਂ ਨੂੰ ਨਹੀਂ ਜਾਂਦਾ, ਪਰ ਜਿਨ੍ਹਾਂ ਦਾ ਦੂਜੇ ਪਾਸੇ ਪਿਆਰ ਬਣ ਜਾਂਦਾ ਹੈ ਉਹ ਵਾਹਿਗੁਰੂ ਨਾਲੋਂ ਵਿਛੜ ਕਰਕੇ ਭਰਮਦੇ ਨੇ। ਤੇ ਜਦੋਂ ਗੁਰੂ ਨਾਲ ਪ੍ਰੇਮ ਬਣਦਾ ਹੈ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਕਹਿੰਦੇ ਫਿਰ ਪ੍ਰੇਮ ਦਾ ਉਛਾਲਾ, ਪ੍ਰੇਮ ਦਾ ਚਸ਼ਮਾ, ਪ੍ਰੇਮ ਦਾ ਝਰਨਾ ਆਪਣੇ ਆਪ ਅੰਦਰੋਂ ਫੁੱਟਦਾ ਹੈ
ਤੇ ਅੰਦਰੋਂ ਫਿਰ ਇਹ ਤੜਫ ਹੁੰਦੀ ਹੈ ਕਿ ਕਿਵੇਂ ਜਾ ਕਰਕੇ ਹੁਣ ਮੈਂ ਰੱਬ ਨੂੰ ਮਿਲਾਂ। ਮੇਰੇ ਮਨ ਤੇ ਤਨ ਦੇ ਵਿੱਚ ਬਹੁਤੀ ਪਿਆਸ ਹੁਣ ਪਰਮੇਸ਼ਰ ਨੂੰ ਮਿਲਣ ਦੀ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵਾ ਅਣ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਤਾਂ ਉਦੋਂ ਪਿਆਸ ਅੰਦਰ ਪੈਦਾ ਹੁੰਦੀ, ਦਰਸ ਤੇਰੇ ਕੀ ਪਿਆਸ ਮਨ ਲਾਗੀ, ਸਹਿਜ ਆਨੰਦ ਬਸੈ ਬੈਰਾਗੀ। ਵੀ ਕੋਈ ਹੁਣ ਰੱਬ ਦਾ ਪਿਆਰਾ ਮੈਨੂੰ ਮਿਲਾ ਦੇਵੇ। ਤੇ ਫਿਰ ਸਮਝ ਪੈ ਜਾਂਦੀ ਹੈ ਕਿ ਇਹ ਖੇਡ ਕੇਵਲ ਆਪਣੇ ਕਰਮ ਕਰਕੇ ਨਹੀਂ, ਇਹ ਤਾਂ ਅਸੂ ਸੁਖੀ ਵਸੰਦੀ ਆ। ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ ਤੇ ਵਾਹਿਗੁਰੂ ਦੀ ਮਾਇਆ ਹੁੰਦੀ, ਕਿਰਪਾ ਹੁੰਦੀ ਹੈ, ਉਹਨਾਂ ਨੂੰ ਇਹ ਅਵਸਥਾ ਮਿਲਦੀ ਹੈ, ਉਹ ਸੁਖ ਆਨੰਦ ਵਿੱਚ ਜਾ ਵਸਦੇ ਨੇ। ਫਿਰ ਜਦੋਂ ਬੰਦੇ ਦੀ ਮਨੁੱਖ ਦੀ ਅਗਲੀ ਅਵਸਥਾ ਬਣਦੀ ਹੈ, ਫਿਰ ਉਹ ਕਿਸੇ ਨੂੰ ਦੋਸ਼ ਨਹੀਂ ਦਿੰਦਾ ਕਿ ਫਲਾਣੇ ਨੇ ਮੇਰੇ ਨਾਲ ਮਾੜਾ ਕੀਤਾ, ਫਲਾਣੇ ਨੇ ਮੇਰੇ ਨਾਲ ਧੱਕਾ ਕੀਤਾ। ਨਹੀਂ, ਅਗਲੀ ਅਵਸਥਾ ਉਹਦੀ ਬਣ ਜਾਂਦੀ, ਕਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਾਪਣ ਸਭੇ ਰੋਗ, ਵੇਮੁਖ ਹੋਏ ਰਾਮ ਦੀ ਲੱਗਣ ਜਨਮ ਵਿਜੋਗ। ਇਹ ਮੇਰਾ ਕਰਮ ਹੈ ਤਾਂ ਮੈਨੂੰ ਦੁੱਖ ਮਿਲਿਆ, ਮੈਨੂੰ ਕਿਸੇ ਨੇ ਦੁੱਖ ਨਹੀਂ ਦਿੱਤਾ। ਜਿਹੋ ਜੇ ਅਸੀਂ ਕਰਮ ਕਮਾਉਣੇ ਆ ਉਹੋ ਜਿਹਾ ਸਾਨੂੰ ਫਲ ਮਿਲਦਾ ਹੈ। ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਇਹ ਅਵਸਥਾ ਬਣ ਜਾਂਦੀ ਹੈ ਕਿ ਪਰਮੇਸ਼ਰ ਤੋਂ ਭੁੱਲਣ ਕਰਕੇ ਸਾਡੀ ਇਹ ਹਾਲਤ ਹੋਈ ਹੈ। ਸਾਰੇ ਰੋਗ ਚਿੰਬੜ ਗਏ ਨੇ। ਗੁਰੂ ਤੋਂ ਵੇਮੁਖ ਹੋ ਜਾਈਏ ਤਾਂ ਜਨਮਾਂ ਜਨਮਾਂਤਰਾਂ ਦੇ ਵਿਜੋਗ ਵਿਛੋੜੇ ਪੈ ਜਾਂਦੇ ਨੇ। 84 ਲੱਖ ਜੂਨਾਂ ਦੀ ਭਟਕਣਾ ਵਿੱਚ ਜਾਣਾ ਪੈਂਦਾ। ਪਰ ਨਾਲ ਇਹ ਸਮਝ ਆ ਗਈ, ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ। ਜਿਸ ਮਹੀਨੇ ਦੁਆਰਾ ਇਸ ਅਵਸਥਾ ਵਿੱਚ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਵੇ ਤੇ ਸਾਰੀਆਂ ਸੋਚਾਂ ਖਤਮ ਹੋ ਜਾਂਦੀਆਂ ਨੇ। ਫਿਰ ਅਗਲੀ ਅਵਸਥਾ ਬਣਦੀ ਹੈ ਮੱਘਰ ਦੇ ਮਹੀਨੇ ਵਿੱਚ ਕਿ ਮੰਗਿਰ ਮਾਹੇ ਸੁਹੰਦੀ ਆ, ਹਰ ਪਿਰ ਸੰਗ ਬੈਠੜੀ ਆ, ਤਿਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮੇਲੜੀ ਆਹ। ਫਿਰ ਸਮਝ ਪੈਂਦੀ ਹੈ ਕਿ ਉਸ ਮਾਲਕ ਦੀ ਦਰਗਾਹ ਵਿੱਚ, ਉਸ ਮਾਲਕ ਦੇ ਦਰ ਤੇ ਉਹ ਜੀਵ ਰੂਪੀ ਇਸਤਰੀ ਸੋਭਾ ਪਾਉਂਦੀ ਹੈ ਜਿਹੜੀ ਪਤੀ ਪਰਮੇਸ਼ਰ ਨਾਲ ਮਿਲ ਗਈ, ਉਹਦੇ ਸੰਗ ਬੈਠੀ ਹੈ। ਉਹਨਾਂ ਦੀ ਸੋਭਾ ਕੌਣ ਗਿਣ ਕੇ ਦੱਸ ਸਕਦਾ ਹੈ ਜਿਨ੍ਹਾਂ ਨੂੰ ਮਾਲਕ ਨੇ ਆਪਣੇ ਨਾਲ ਮੇਲ ਲਿਆ ਹੈ। ਤੇ ਸਮਝ ਪੈ ਗਈ ਹੈ ਕਿ ਮੱਘਰ ਦਾ ਮਹੀਨਾ ਤਾਂ ਸਫਲਾ ਹੈ ਕਿ ਮੰਗਰ ਪ੍ਰਭ ਆਰਾਧਨਾ, ਬਹੁੜ ਨਾ ਜਨਮੜੀ ਆਹ। ਜਿਨ੍ਹਾਂ ਨੇ ਉਸ ਦੀ ਆਰਾਧਨਾ ਕੀਤੀ ਉਹ ਦੁਬਾਰਾ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ। ਹਰ ਮਹੀਨੇ ਵਿੱਚ ਅਵਸਥਾ ਬਦਲਦੀ ਹੈ, ਜੀਵਨ ਦੀ ਉਚਾਈ ਆਉਂਦੀ ਹੈ। ਤੇ ਫਿਰ ਅਗਲੀ ਖੇਡ ਬਣਦੀ ਹੈ, ਬੜੀ ਉੱਚੀ ਖੇਡ ਹੈ। ਪੋਖ ਤੁਖਾਰ ਨ ਵਿਆਪਾਈ, ਕੰਠ ਮਿਲਿਆ ਹਰ ਨਾਹੂ, ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ। ਪੋਹ ਦੇ ਮਹੀਨੇ ਵਿੱਚ ਫਿਰ ਉਹ ਅਵਸਥਾ ਬਣ ਜਾਂਦੀ ਹੈ ਕਿ ਜਦੋਂ ਮਾਲਕ ਦੀ ਪ੍ਰਾਪਤੀ ਹੋ ਗਈ, ਉਹ ਮਿਲ ਗਿਆ ਗਲੇ ਨਾਲ ਆ ਕਰਕੇ। ਕਹਿੰਦੇ ਨੇ ਫਿਰ ਇਹ ਦੁਨਿਆਵੀ ਠੰਡ, ਦੁਨਿਆਵੀ ਤਪਸ਼ ਵੀ ਕੁਝ ਨਹੀਂ ਵਿਗਾੜ ਸਕਦੀ। ਅੰਦਰ ਜਿਹੜੀ ਜੜਤਾ ਰੂਪੀ ਬਰਫ਼ ਹੈ ਉਹ ਵੀ ਨਹੀਂ ਵਿਆਪਦੀ, ਅਤੇ ਅੰਦਰ ਵਿਕਾਰਾਂ ਦੀ ਤਪਸ਼ ਵੀ ਨਹੀਂ ਵਿਆਪਦੀ। ਐਸੀ ਖੇਡ ਬਣ ਜਾਂਦੀ ਹੈ। ਪਰ ਸਮਝ ਉਦੋਂ ਆਉਂਦੀ ਹੈ ਕਿ ਇਹ ਖੇਡ ਉਦੋਂ ਬਣਦੀ ਹੈ ਕਿ ਜਿਸ ਬਖਸ਼ੇ ਬੇਪਰਵਾਹ ਹੋ, ਜਿਹਨੂੰ ਉਹ ਬੇਪਰਵਾਹ ਬਖਸ਼ਿਸ਼ ਕਰਦਾ ਹੈ, ਉਹਦੇ ਵਾਸਤੇ ਇਹ ਮਹੀਨਾ ਸੁੱਖਾਂ ਭਰਿਆ ਹੋ ਜਾਂਦਾ। ਉਸ ਤੋਂ ਅਗਲੀ ਅਵਸਥਾ ਦਾ ਜ਼ਿਕਰ ਕੀਤਾ, ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ ਕਰ, ਸਭਨਾ ਨੂੰ ਕਰ ਦਾਨ। ਫਿਰ ਉਹਨੂੰ ਸਮਝ ਪੈ ਜਾਂਦੀ ਹੈ ਕਿ ਮੱਜਣ ਦਾ ਪੁਰਬ ਦਾ ਇਸ਼ਨਾਨ ਉੱਥੇ ਪ੍ਰਾਗ ਰਾਜ ਤੇ ਜਾ ਕੇ ਕਰਨ ਦੀ ਲੋੜ ਨਹੀਂ, ਇਲਾਹਾਬਾਦ ਜਾ ਕੇ ਕਰਨ ਦੀ ਲੋੜ ਨਹੀਂ, ਹਰਿਦੁਆਰ ਪਹੁੰਚਣ ਦੀ ਲੋੜ ਨਹੀਂ। ਉਹ ਕਹਿੰਦਾ ਰੱਬ ਦੇ ਪਿਆਰਿਆਂ ਦੀ ਧੂੜੀ ਵਿੱਚ ਹੀ ਇਸ਼ਨਾਨ ਕਰ ਲਵੇ, ਅਤੇ ਉਹਨੂੰ ਸਮਝ ਪੈ ਜਾਂਦੀ ਹੈ ਇਸ਼ਨਾਨ ਸਭ ਤੋਂ ਉੱਤਮ ਹੈ। ਵਾਹਿਗੁਰੂ ਦਾ ਨਾਮ ਧਿਆਉਣਾ ਤੇ ਸਰਵਣ ਕਰਨਾ, ਫਿਰ ਹੋਰਨਾਂ ਨੂੰ ਜਪਾਉਣਾ, ਇਹ ਉਸ ਦੇ ਜੀਵਨ ਦਾ ਅਸਲ ਮਨੋਰਥ ਬਣ ਜਾਂਦਾ ਹੈ। ਅਤੇ
ਮਾਗ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ। ਫਿਰ ਉਹਨਾਂ ਦਾ ਜੀਵਨ ਜਿਹੜਾ ਸਭ ਤੋਂ ਪਵਿੱਤਰ ਕਹਿਆ ਜਾਂਦਾ ਜਿਨ੍ਹਾਂ ਤੇ ਪੂਰਾ ਗੁਰੂ ਮਿਹਰਬਾਨ ਹੁੰਦਾ ਹੈ। ਤੇ ਉਸ ਤੋਂ ਅੱਗੇ ਫਿਰ ਫਲ ਕਿਹੜਾ ਮਿਲਦਾ, ਤਾਂ ਹੀ ਪਾਤਸ਼ਾਹ ਨੇ ਇਸ ਦਾ ਨਾਮ ਫਲ ਗੁਣ ਰੱਖਿਆ ਹੈ ਕਿ ਹੁਣ ਜਿਹੜਾ ਫਲ ਵਾਲਾ ਮਹੀਨਾ ਹੈ ਉਹ ਤੇ ਆਖਰੀ ਅਵਸਥਾ ਹੀ ਹੈ ਨਾ ਜਦੋਂ ਫਲ ਮਿਲਣਾ ਹੈ। ਫਲ ਗੁਣ ਆਨੰਦ ਉਪਾਰਜਣਾ, ਹੁਣ ਇੱਥੇ ਆ ਜਾਈਏ ਜਿਹੜਾ ਅੱਜ ਮਹੀਨਾ ਪ੍ਰਾਰੰਭ ਹੋਇਆ ਹੈ। ਕਹਿੰਦੇ ਉਹਦੇ ਵਿੱਚ ਸਾਰੇ ਗੁਣਾਂ ਦਾ ਫਲ ਆ ਜਾਂਦਾ ਹੈ, ਭਾਵ ਕਿ ਉਹਨੂੰ ਸਾਰੇ ਫਲ ਪ੍ਰਾਪਤ ਹੁੰਦੇ ਨੇ, ਅਥਵਾ ਫੱਗਣ ਦੇ ਮਹੀਨੇ ਦੁਆਰਾ ਕਿਰਪਾ ਕਰਦੇ ਨੇ, ਉਹਨਾਂ ਦੇ ਹਿਰਦੇ ਵਿੱਚ ਆਨੰਦ ਆ ਜਾਂਦਾ ਹੈ। ਆਨੰਦ ਉਪਾਰਜਣਾ ਦਾ ਅਰਥ ਹੈ ਆਨੰਦ ਪੈਦਾ ਹੁੰਦਾ ਹੈ। ਕਿੰਨਾਂ ਦੇ? ਹਰ ਸੱਜਣ ਪ੍ਰਗਟੇ ਆਏ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਸੱਜਣ ਆ ਕਰਕੇ ਪ੍ਰਗਟ ਹੋ ਗਿਆ। ਗੱਜ ਕਰਕੇ ਆਖੋ ਸਤਨਾਮ। ਕਿਉਂਕਿ ਆਨੰਦ ਉਦੋਂ ਹੀ ਹੈ ਨਾ ਜਦੋਂ ਗੁਰੂ ਦੀ ਪ੍ਰਾਪਤੀ ਹੋ ਗਈ। ਅਸੀਂ ਇਹ ਪਾਵਨ ਬਚਨ ਪੜ੍ਹਦੇ ਹਾਂ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਉਦੋਂ ਪ੍ਰਾਪਤ ਹੋਇਆ ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋ ਗਈ। ਤੇ ਸਤਿਗੁਰੂ ਦੀ ਪ੍ਰਾਪਤੀ ਕੇਵਲ ਇਤਨਾ ਨਹੀਂ ਕਿ ਆਪਾਂ ਕਹਿ ਦਈਏ ਕਿ ਹੁਣ ਅੰਮ੍ਰਿਤ ਛਕ ਲਿਆ ਤੇ ਸਾਨੂੰ ਤਾਂ ਸਤਿਗੁਰੂ ਮਿਲ ਪਿਆ, ਨਹੀਂ, ਅਜੇ ਤਾਂ ਸ਼ੁਰੂਆਤ ਹੈ, ਅਜੇ ਤਾਂ ਇੱਕ ਕਦਮ ਪੁੱਟਿਆ ਹੈ। ਅੰਮ੍ਰਿਤ ਛਕਣਾ ਇੱਕ ਕਦਮ ਪੁੱਟਿਆ ਹੈ ਗੁਰੂ ਵਾਲੇ ਪਾਸੇ, ਗੁਰੂ ਨਾਲ ਸਾਂਝ ਬਣਾਈ ਹੈ। ਤੇ ਸਾਂਝ ਉਹ ਤਾਂ ਅੰਤਲੀ ਸਵਾਸਾਂ ਤੱਕ ਨਿਭੇਗੀ ਨਾ ਜੇ ਅੱਗੇ ਕਦਮ ਪੁੱਟਦਿਆਂ ਪੁੱਟਦਿਆਂ ਗੁਰੂ ਨਾਲ ਅਭੇਦ ਹੋਵਾਂਗੇ। ਸੇਵਾ ਸਿਮਰਨ ਕਰਕੇ, ਬਾਣੀ ਪੜ੍ਹ ਕਰਕੇ, ਸਤ ਸੰਗਤ ਕਰਕੇ, ਸਤਿਗੁਰਾਂ ਦੇ ਹੁਕਮ ਵਿੱਚ ਚੱਲ ਕਰਕੇ ਉਹਨਾਂ ਖੁਸ਼ੀਆਂ ਤੱਕ ਪਹੁੰਚਾਂਗੇ, ਫਿਰ ਜਾ ਕਰਕੇ ਇਹ ਪ੍ਰਾਪਤੀ ਹੋਣੀ ਹੈ। ਫਾਲਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ। ਮਾਰੇ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਆਨੰਦ ਜਿਹੜਾ ਹੈ ਉਹ ਪੈਦਾ ਹੁੰਦਾ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਹਰ ਸੱਜਣ ਪ੍ਰਗਟੇ ਆਏ, ਹਰੀ ਰੂਪੀ ਵਾਹਿਗੁਰੂ ਰੂਪੀ ਸੱਜਣ ਜਿਹੜਾ ਹੈ ਆ ਕਰਕੇ ਪ੍ਰਗਟ ਹੋ ਜਾਵੇ, ਉਹਨਾਂ ਦੇ ਹਿਰਦੇ ਵਿੱਚ ਆਨੰਦ ਪ੍ਰਾਪਤ ਹੋ ਜਾਂਦਾ ਹੈ। ਉਹ ਆਨੰਦ ਐਸਾ ਹੈ ਕਿ ਉਹ ਦੁਬਾਰਾ ਬਦਲਦਾ ਨਹੀਂ। ਉਹ ਆਨੰਦ ਪ੍ਰਾਪਤ ਬੜਾ ਔਖਾ ਹੁੰਦਾ, ਪਰ ਜਿਹਨੂੰ ਪ੍ਰਾਪਤ ਹੋ ਜਾਵੇ ਭਾਵੇਂ ਜਿੰਨੇ ਮਰਜ਼ੀ ਕੋਈ ਯਤਨ ਕਰ ਲਵੇ, ਉਸ ਆਨੰਦ ਨੂੰ ਕੋਈ ਖਤਮ ਨਹੀਂ ਕਰ ਸਕਦਾ, ਉਸ ਆਨੰਦ ਨੂੰ ਕੋਈ ਤੋੜ ਨਹੀਂ ਸਕਦਾ। ਅਨੇਕਾਂ ਆਪਾਂ ਇਤਿਹਾਸਕ ਸਾਖੀਆਂ ਪੜ੍ਹਦੇ ਹਾਂ। ਕੌਮ ਦੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਨੇ ਕੌਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਨੇ, ਉਹਨਾਂ ਨੂੰ ਉਹਨਾਂ ਦੀ ਕੀਤੀ ਦਾ ਫਲ ਭੁਗਤਾਇਆ ਹੈ। ਆਖਰ ਉਸ ਜਰਨੈਲ ਨੇ ਸ਼ਹਾਦਤ ਦਾ ਜਾਮ ਪੀਤਾ, ਪਰ ਉੱਥੇ ਜ਼ਿਕਰ ਮਿਲਦਾ ਹੈ ਕਿ ਬਖਸ਼ੀਅਰ ਬਾਦਸ਼ਾਹ ਨੇ ਬਾਬਾ ਬੰਦਾ ਸਿੰਘ ਨੂੰ ਪੁੱਛਿਆ ਸੀ ਕਿ ਤੈਨੂੰ ਕਿਹੋ ਜਿਹੀ ਮੌਤ ਚਾਹੀਦੀ ਹੈ। ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੋ ਆਨੰਦ ਵਿੱਚ ਟਿਕੇ ਹੋਏ ਸਨ, ਕਹਿਣ ਲੱਗੇ ਬਾਦਸ਼ਾਹ ਜਿਹੋ ਜਿਹੀ ਤੈਨੂੰ ਚਾਹੀਦੀ ਹੈ। ਇਹ ਸਮਝ ਲਈ ਕਿ ਜਿਹੋ ਜਿਹੀ ਮੈਨੂੰ ਮੌਤ ਦੇਣ ਦਾ ਯਤਨ ਕਰੇਗਾ, ਇਹੋ ਜਿਹਾ ਤੇਰਾ ਹਾਲ ਹੋਵੇਗਾ। ਇਤਿਹਾਸ ਗਵਾਹ ਹੈ ਕਿ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ, ਉਹੀ ਹਾਲ ਬਾਅਦ ਵਿੱਚ ਸਿੱਖ ਕੌਮ ਨੇ ਬਖਸ਼ੀਅਰ ਬਾਦਸ਼ਾਹ ਦਾ ਕੀਤਾ ਸੀ। ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੜੇ ਲਾਲਚ ਵੀ ਦਿੱਤੇ ਗਏ ਸੀ। ਕੀ ਲੈਣਾ ਸਿੱਖ ਧਰਮ ਤੋਂ, ਛੱਡ ਦਿਓ, ਇਸਲਾਮ ਕਬੂਲ ਕਰ ਲਓ। ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਜਿਹੜਾ ਆਨੰਦ ਮੈਨੂੰ ਇਸ ਧਰਮ ਵਿੱਚੋਂ ਮਿਲਿਆ, ਇਹੋ ਜਿਹਾ ਆਨੰਦ ਕਿਤੇੋਂ ਨਹੀਂ ਮਿਲਿਆ ਅਜੇ ਤੱਕ।
क्योंकि बाबा बंदा ਸਿੰਘ बहादुर ਪਹਿਲਾਂ भी बड़े विचरे ने जोगियां दे नाल, कई होर धूनियां ताउण वालियां दे नाल, कई साधां दा संग कीता, पर वो भटकना मिटी नहीं। वो आनंद मिलिया नहीं जिहड़ा आनंद गुरु गोबिंद सिंह महाराज दे कोलों मिलिया। आख्या जिहड़े आनंद विच मैं टिकिया है, ये आनंद होर कित्यों नहीं मिलना। कहन लगे तेरा आनंद ते हुणे वेख्या जाऊगा, कित्थों तक रहिंदा, कहना बड़ा सौखा हुंदा है। बाबा बंदा सिंह जी बहादुर कहन लगे देख लो, जे तुसीं आनंद नूं देखना है, वैसे दिसदा नहीं गा, ये ते माणिया जांदा है, ये ते माणिया जांदा है, अखां नाल नहीं दिसना। इनू किते मान के वेखो, फिर पता लगू आनंद हुंदा की है। उस वेले जमूरां दे नाल मास नोचिया गया है। इत्थों तक भी इतिहासकार लिखते ने कि बाबा बंदा सिंह बहादुर दा पुत्र सी भाई अजय सिंह, जिहदी पौने 4 साल की उम्र सी। बाबा बंदा सिंह बहादुर नूं उस आनंद तो डलाउण वास्ते दुष्टां ने इत्थों तक भी पाप किया कि उस पौने 4 साल के भाई अजय सिंह नूं जिउंदे नूं लत्तां तो पकड़ करके पुट्ठा लटकाया ਅਤੇ बाबा बंदा सिंह बहादुर के सामने ਉਹਦੀ छाती ਵਿੱਚ छुरा मार करके ਜਿਉਂਦੇ ਦਾ दिल ਕੱਢ करके बाबा बंदा सिंह बहादुर के मूँह ਵਿੱਚ पाया। कहना बड़ा सौखा गुरमुखो। ਅਤੇ पुत्र ਜਿਹੜਾ ਉਹ तड़फदा होया सामने सुट दिता है ਤੇ मूँह ਵਿੱਚ पा करके कहन लगे हुण किहो जिहा आनंद आया है। ਤੇ बाबा बंदा सिंह बहादुर कहन लगे जिवें कोई जंग जित करके आउंदा ना ते ਉਹਦੇ मूँह ਨੂੰ मठियाई लाई जाती है, मिठा ਉਹਦੇ मूँह ਵਿੱਚ पाया जाता, ਉਹੋ ਜਿਹਾ आनंद आया है। जिवें कोई विआह करके घरे आउंदा ना ਅਤੇ ਉਹਦੇ मुख ਵਿੱਚ मिठा दिता जाता है, ਉਹੋ ਜਿਹਾ आनंद आया जिवें ਉਹਨੂੰ खुशी हुंदी है अज मैं लाड़ी मौत नूं विआउण वास्ते आया। उस आनंद नूं तोड़न वास्ते दुष्टां ने भाई साहब दीआं अखां कढ़ दित्तियां। इत्थे ही बस नहीं, बड़े तसीहे दे दे करके भाई साहब जी नूं शहीद कीता, पर बाबा बंदा सिंह बहादुर दे आनंद विच फर्क नहीं पा सके, क्योंकि वो आनंद मिलता उदों है जदों अंदर रब आके बैठ जाता है। जिथे रब आके बैठ गया उन्होंने कौन डुला सकता है? वो कदे डोल सकता है जिहदे कोल रब बैठा होवे, दिसदा होवे अंदर बैठा मालक, उन्होंने कोई नहीं डुला सकता जिन्ने मर्जी कोई यतन कर लवे। इस करके वो जिहड़ा आनंद है उदों मिलता जदों हिरदे विच आ करके वाहिगुरू प्रगट हो जाता। फालगुण आनंद उपार्जना हर सज्जन प्रगटे आए, जिन्हां दे हिरदे विच वाहिगुरू रूपी सज्जन आ करके प्रगट हो जावे, उसनूं आनंद की प्राप्ति हुंदी है। संत सहाई राम की कर कृपा दिया मिलाए। संत रब दे प्यारे भाव कि जिन्हां ने उहदी प्राप्ति कर लई है। गुरबाणी का फैसला है कि राम संत मह भेद किश नाही। रब दे विच ते संत विच कोई फर्क नहीं रह जाता, वो परमेश्वर का रूप हो जाता है। ते गुरमुखो पातशाह ने तो इथों तक भी वचन कहे ने, हम संतन की रेन प्यारे, हम संतन की सरना, संत हमारी ओट सतारी, संत हमारा गहना। महाराज कहते संत साडा गहना है।
ਆ ਬੀਬੀਆਂ ਕੋਲੇ ਗਹਿਣੇ ਹੁੰਦੇ ਨਾ, ਸਾਂਭ ਸਾਂਭ ਕੇ ਰੱਖਦੀਆਂ। ਸਭ ਤੋਂ ਵੱਧ ਸਾਂਭਿਆ ਕਿਹਨੂੰ ਜਾਂਦਾ ਹੈ? ਗਹਿਣਿਆਂ ਨੂੰ। ਭਾਵ ਇਹ ਕਿ ਸਭ ਤੋਂ ਉੱਤਮ ਚੀਜ਼ ਗਹਿਣੇ ਮੰਨੀ ਜਾਂਦੀ ਹੈ ਨਾ। ਇਸ ਕਰਕੇ ਪਾਤਸ਼ਾਹ ਨੇ ਵੀ ਇਹ ਬਚਨ ਕਿਹਾ ਵੀ ਜੇ ਸਾਡਾ ਕੋਈ ਗਹਿਣਾ ਨਾ, ਜੇ ਅਸੀਂ ਸਭ ਤੋਂ ਵੱਧ ਕਿਸੇ ਨਾਲ ਪਿਆਰ ਕਰਦੇ ਹਾਂ ਤੇ ਉਹ ਸੰਤ ਜਾਣਦੇ। ਸੰਤ ਸਾਡਾ ਗਹਿਣਾ ਨੇ, ਪਰ ਹੋਵੇ ਸਹੀ ਕੋਈ ਸੰਤ ਰੱਬ ਦਾ ਪਿਆਰਾ, ਬੰਦਗੀ ਵਾਲਾ, ਕੇਵਲ ਲਿਬਾਸ ਨਾ ਹੋਵੇ। ਪਰ ਉਹਨਾਂ ਸੰਤਾਂ ਦੀ ਸੰਗਤ ਕਰਕੇ ਖੇਡ ਬਣਦੀ ਹੈ ਕਿ ਸੰਤ ਸਹਾਈ ਰਾਮ ਕੇ। ਉਹ ਸੰਤ ਸਹਾਇਤਾ ਕਰਦੇ ਨੇ ਪਰਮੇਸ਼ਰ ਦੇ ਨਾਲ ਮਿਲਾਉਣ ਵਾਸਤੇ। ਕਰ ਕਿਰਪਾ ਦੀਆ ਮਿਲਾਏ, ਕਹਿੰਦੇ ਉਹਨਾਂ ਨੇ ਕਿਰਪਾ ਕਰਕੇ ਵਾਹਿਗੁਰੂ ਨਾਲ ਮਿਲਾ ਦਿੱਤਾ। ਅਨੇਕਾਂ ਟੁੱਟਿਆਂ ਹੋਇਆਂ ਨੂੰ ਮਿਲਾ ਦਿੰਦੇ ਨੇ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਬੜੇ ਉੱਚ ਅਵਸਥਾ ਦੇ ਮਾਲਕ ਮਹਾਂਪੁਰਖ ਸਨ। ਪ੍ਰਿੰਸੀਪਲ ਗੰਗਾ ਸਿੰਘ ਜੀ ਬਹੁਤ ਪੜ੍ਹੇ ਲਿਖੇ ਸਨ, ਬਹੁਤ ਵਿਦਵਾਨ ਸਨ। ਇੱਥੇ ਧਿਆਨ ਦੇਣਾ, ਪੜ੍ਹ ਲਿਖ ਕੇ ਵਿਦਵਾਨ ਬਣ ਜਾਣਾ ਬਹੁਤੀ ਵੱਡੀ ਗੱਲ ਨਹੀਂ ਗੀ। ਗਿਆਨ ਦਾ ਹੋ ਜਾਣਾ, ਕਿਤਾਬਾਂ ਦਾ ਪੜ੍ਹ ਲੈਣਾ, ਜਾਣਕਾਰੀ ਲੈ ਲੈਣੀ, ਨੌਲੇਜ ਲੈ ਲੈਣੀ, ਇੱਕ ਬਹੁਤਾ ਵੱਡਾ ਕੰਮ ਨਹੀਂ ਗਾ। ਪਰ ਸੰਤ ਤੇ ਉਹਦੇ ਵਿੱਚ ਅੰਤਰ ਜ਼ਰੂਰ ਹੈ। ਪੜ੍ਹ ਲਿਖ ਕਰਕੇ ਪ੍ਰੋਫੈਸਰ ਦੀ ਡਿਗਰੀ ਪ੍ਰਾਪਤ ਕਰ ਲੈਣੀ, PhD ਕਰ ਲੈਣੀ, ਹੋਰ ਕਈ ਡਿਗਰੀਆਂ ਲੈ ਲੈਣੀਆਂ, ਵੱਡੀ ਗੱਲ ਨਹੀਂ। ਪਰ ਅਸਲ ਵਿੱਚ ਗੁਰਮਤਿ ਅਨੁਸਾਰ ਰੱਬ ਦੇ ਪਿਆਰੇ ਪ੍ਰੋਫੈਸਰਾਂ ਨਾਲੋਂ ਕਈ ਗੁਣੇ ਅੱਗੇ ਹੈ। ਹੁਣ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਕਿਤੇ ਕਿੰਨਾ ਕੁ ਪੜ੍ਹੇ? 4-5 ਜਮਾਤਾਂ ਪੜ੍ਹੇ ਸਾਰੇ। ਪਰ ਵੱਡੇ ਵੱਡੇ ਪੱਤਰਕਾਰ, ਵੱਡੇ ਵੱਡੇ ਪੜ੍ਹੇ ਲਿਖੇ ਉਹਨਾਂ ਦੇ ਅੱਗੇ ਗੱਲ ਨਹੀਂ ਸੀ ਕਰ ਸਕਦੇ। ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਇੱਕ ਸੁਨੀਲ ਦੱਤ ਐਕਟਰ ਸੀ, ਹੁਣ ਤਾਂ ਉਹ ਮਰ ਗਿਆ ਹੈ, ਸੰਜੇ ਦੱਤ ਦਾ ਪਿਓ। ਕਹਿੰਦੇ ਬਹੁਤ ਪੜ੍ਹਿਆ ਲਿਖਿਆ ਸੀ। ਉਹਨੂੰ ਇੰਦਰਾ ਗਾਂਧੀ ਨੇ ਸੰਤਾਂ ਦੇ ਕੋਲ ਭੇਜਿਆ ਸੀ। ਬੜਾ ਮਾਣ ਸੀ ਇੰਦਰਾ ਗਾਂਧੀ ਨੂੰ ਵੀ ਇਹ ਬਹੁਤ ਪੜ੍ਹਿਆ ਲਿਖਿਆ ਹੈ, ਇਹਦੇ ਨਾਲ ਕੋਈ ਗੱਲ ਨਹੀਂ ਕਰ ਸਕਦਾ। ਪਰ ਜਦੋਂ ਉਹ ਮਹਾਂਪੁਰਖਾਂ ਦੇ ਕੋਲ ਆਇਆ ਤੇ ਮਹਾਂਪੁਰਖਾਂ ਨਾਲ ਉਹਨੇ ਸਵਾਲ ਜਵਾਬ ਕੀਤੇ ਤੇ ਉਹਨੇ ਬਾਅਦ ਵਿੱਚ ਇੱਕ ਗੱਲ ਲਿਖੀ ਇੰਦਰਾ ਗਾਂਧੀ ਨੂੰ। ਉਹ ਗੱਲ ਅੱਜ ਵੀ ਲਿਖਤਾਂ ਵਿੱਚੋਂ ਮਿਲਦੀ ਹੈ ਕਿ ਮੇਰੀ ਮੰਨੋ ਤਾਂ ਉਹਨਾਂ ਦੇ ਨਾਲ ਕਦੇ ਟੱਕਰ ਨਾ ਲਿਓ, ਉਹ ਇਨਸਾਨ ਨਹੀਂ, ਦਰਅਸਲ ਉਹ ਭਗਵਾਨ ਹੈ। ਇਹ ਬਚਨ ਉਹਨੇ ਲਿਖਿਆ। ਜਿਹੋ ਜਿਹਾ ਉਹ ਵੇਖ ਕੇ ਗਿਆ ਸੀ, ਪੜ੍ਹਿਆ ਲਿਖਿਆ ਬੰਦਾ ਸੀ, ਉਹਨੇ ਇਹ ਗੱਲ ਸਪਸ਼ਟ ਕਰ ਦਿੱਤੀ। ਕਹਿਣ ਲੱਗਾ ਉਹ ਇਨਸਾਨ ਨਹੀਂਗਾ, ਦਰਅਸਲ ਉਹ ਭਗਵਾਨ ਹੈ। ਕਿਉਂ? ਕਿਉਂਕਿ ਉਹਨੇ ਪੜ੍ਹਾਈ ਦੇ ਤਲ ਤੇ ਸਵਾਲ ਕੀਤੇ, ਪਰ ਜਿਹੜੇ ਮਹਾਂਪੁਰਖਾਂ ਨੇ ਜਵਾਬ ਦਿੱਤੇ ਉਹਨੇ ਕਦੀ ਨਾ ਪੜ੍ਹੇ ਤੇ ਨਾ ਕਦੀ ਸੁਣੇ ਸੀ। ਉਸ ਵੇਲੇ ਉਹਨੇ ਵੀ ਹਾਰ ਕਰਕੇ ਇਹ ਗੱਲ ਲਿਖ ਦਿੱਤੀ ਸੀ। ਇੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਆ ਜਿਹੜੇ ਪੜ੍ਹੇ ਲਿਖੇ ਅੱਜ ਪ੍ਰੋਫੈਸਰ ਹੈ, ਕੁਝ ਪ੍ਰੋਫੈਸਰ ਭਾਵਨਾ ਵਾਲੇ ਵੀ ਹੈਗੇ ਆ, ਪਰ ਜ਼ਿਆਦਾਤਰ ਜਿਹੜੇ ਨੇ ਉਹ ਸਾਡੀ ਕੌਮ ਦਾ ਨੁਕਸਾਨ ਹੀ ਕਰ ਰਹੇ ਆ। ਕਿਉਂਕਿ ਉਹ ਆਪਣੇ ਦਿਮਾਗ ਦੇ ਤਲ ਤੇ ਸੋਚਦੇ ਵੀ ਆਹ ਕਿਵੇਂ ਹੋ ਸਕਦਾ, ਆਹ ਕਿਵੇਂ ਹੋ ਸਕਦਾ। ਪਰ ਸੰਤ ਨੇ ਦਿਮਾਗ ਦੀ ਵਰਤੋਂ ਨਹੀਂ ਕਰਨੀ, ਸੰਤ ਨੇ ਵਰਤੋਂ ਕਰਨੀ ਹੈ ਰੱਬ ਦੀ, ਵੀ ਪਰਮੇਸ਼ਰ ਕੀ ਕਰ ਸਕਦਾ, ਉਹਨੇ ਸੋਚਣਾ ਹੈ, ਦਿਮਾਗ ਨਾਲ ਨਹੀਂ ਵਿਕਣਾ। ਹੁਣ ਪ੍ਰਿੰਸੀਪਲ ਗੰਗਾ ਸਿੰਘ ਬਹੁਤ ਪੜ੍ਹੇ ਲਿਖੇ ਸਨ। ਉਹਨਾਂ ਨੇ ਇਹ ਆਪ ਘਟਨਾ ਲਿਖੀ ਹੈ ਕਿ ਮੇਰਾ ਜੀਵਨ ਕਿਵੇਂ ਬਦਲਿਆ। ਉਹ ਲਿਖਦੇ ਨੇ ਕਿ ਮੈਂ ਨਾਸਤਕ ਸਾਂ, ਰੱਬ ਨੂੰ ਨਹੀਂ ਸੀ ਮੰਨਦਾ, ਕਥਾ ਕਰਦਾ ਸੀ, ਉਹ ਕਥਾ ਕਹਾਣੀਆਂ ਰੱਬ ਦੀਆਂ ਸੁਣਾਉਂਦਾ ਸੀ, ਪਰ ਮੰਨਦਾ ਨਹੀਂ ਸੀ।
ਉਹ ਲਿਖਦੇ ਨੇ ਕਿ ਇੱਕ ਦਿਨ ਮੈਂ ਕਥਾ ਕਰ ਰਿਹਾ ਸੀ। ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਹੋ ਨਹੀਂ ਤੇ ਠਾਓ, ਨਾ ਤਸਵੀਸ ਖਰਾਜ ਨ ਮਾਲ, ਖੌਫ ਨ ਕਥਾ ਨ ਤਰਸ ਜਵਾਲ। ਭਗਤ ਰਵਿਦਾਸ ਜੀ ਦੇ ਇਸ ਪਾਵਨ ਸ਼ਬਦ ਦੀ ਕਥਾ ਮੈਂ ਕਰ ਰਿਹਾ ਸਾਂ। ਉਸ ਅਵਸਥਾ ਦਾ ਜ਼ਿਕਰ ਕੀਤਾ ਜਿਹਨੂੰ ਸੱਚਖੰਡ ਕਿਹਾ ਹੈ। ਉਥੋਂ ਦੇ ਵਸਣ ਦਾ ਜ਼ਿਕਰ ਕੀਤਾ। ਉਹ ਲਿਖਦੇ ਨੇ ਕਿ ਸੁਣਨ ਵਾਲੇ ਸਰੋਤਿਆਂ ਦੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਬੈਠੇ ਹੋਏ ਨੇ। ਉਹ ਉਸ ਅਵਸਥਾ ਦੇ ਮਾਲਕ ਸਨ। ਜਿਹੜੀ ਕਥਾ ਉਹ ਕਰ ਰਿਹਾ ਸੀ ਨਾ, ਪ੍ਰਿੰਸੀਪਲ ਗੰਗਾ ਸਿੰਘ, ਉਸ ਅਵਸਥਾ ਵਿੱਚ ਉਹ ਪਹੁੰਚੇ ਹੋਏ ਸਨ। ਤੇ ਪ੍ਰਿੰਸੀਪਲ ਗੰਗਾ ਸਿੰਘ ਕਹਿਣ ਲੱਗੇ, ਲਿਖਦੇ ਨੇ ਕਿ ਜਿਵੇਂ ਜਿਵੇਂ ਮੈਂ ਕਥਾ ਕਰੀ ਗਿਆ ਤਿਵੇਂ ਤਿਵੇਂ ਮਹਾਂਪੁਰਖਾਂ ਦੇ ਨੇਤਰਾਂ ਵਿੱਚੋਂ ਜਲ ਵਗੀ ਗਿਆ, ਉਹਨਾਂ ਦਾ ਪਾਇਆ ਹੋਇਆ ਚੋਲਾ ਭਿੱਜ ਗਿਆ। ਬੜੇ ਪ੍ਰੇਮ ਨਾਲ ਉਹਨਾਂ ਨੇ ਕਥਾ ਸੁਣੀ। ਜਦੋਂ ਸਮਾਪਤੀ ਹੋਈ, ਪ੍ਰਸ਼ਾਦਾ ਛਕਣ ਲੱਗੇ ਤੇ ਮਹਾਂਪੁਰਖ ਕੋਲ ਬੈਠੇ ਸਨ। ਕਹਿੰਦੇ ਪ੍ਰਸ਼ਾਦਾ ਛਕ ਲਿਆ, ਹੱਥ ਧੋ ਲਏ, ਅਰਦਾਸ ਬੇਨਤੀ ਹੋ ਗਈ ਤੇ ਉਹਨਾਂ ਮਹਾਂਪੁਰਖਾਂ ਨੇ ਮੈਨੂੰ ਬੜੇ ਪਿਆਰ ਨਾਲ ਪੁੱਛਿਆ। ਕਹਿਣ ਲੱਗੇ, ਗਿਆਨੀ ਜੀ ਤੁਸੀਂ ਕਥਾ ਬੜੀ ਸੋਹਣੀ ਕੀਤੀ ਹੈ, ਬੜਾ ਗਿਆਨ ਤੁਹਾਨੂੰ ਮਾਲਕ ਨੇ ਬਖਸ਼ਿਆ, ਬਹੁਤ ਕਿਰਪਾ ਹੈ, ਬੜਾ ਆਨੰਦ ਆਇਆ ਹੈ, ਬੜਾ ਰਸ ਆਇਆ ਹੈ, ਬਹੁਤ ਸੁੰਦਰ ਕਥਾ ਕੀਤੀ ਤੁਸੀਂ। ਪਰ ਮੈਂ ਇੱਕ ਸਵਾਲ ਕਰਨਾ ਚਾਹਣਾ ਹੈ ਕਿ ਜਿਹੜੀ ਤੁਸੀਂ ਕਥਾ ਕੀਤੀ ਕਦੇ ਉਸ ਅਵਸਥਾ 'ਚ ਪਹੁੰਚੇ ਜੀ? ਕਦੀ ਉਸ ਸੱਚਖੰਡ ਦੇ ਦਰਸ਼ਨ ਕੀਤੇ ਜੀ? ਤੇ ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ ਕਿ ਮੈਂ ਉਸ ਵੇਲੇ ਬਚਨ ਕਿਹਾ ਕਿ ਮੈਂ ਕਿਸੇ ਸੱਚਖੰਡ ਨੂੰ ਮੰਨਦਾ ਨਹੀਂ ਗਾ, ਮੈਂ ਕਿਸੇ ਰੱਬ ਨੂੰ, ਪਰਮਾਤਮਾ ਨੂੰ ਵੀ ਨਹੀਂ ਮੰਨਦਾ। ਆਖਿਆ, ਗਿਆਨੀ ਜੀ ਫਿਰ ਤੁਸੀਂ ਕਥਾ ਕਿਉਂ ਕਰਦੇ ਆ? ਤੇ ਪ੍ਰਿੰਸੀਪਲ ਜੀ ਅੱਗੇ ਲਿਖਦੇ ਨੇ, ਮੈਂ ਆਖਿਆ ਕਿ ਮਹਾਂਪੁਰਖੋ ਇਹ ਮੇਰਾ ਕਿੱਤਾ ਹੈ, ਇਹ ਮੇਰੀ ਰੋਜੀ ਰੋਟੀ ਹੈ, ਇਹ ਮੈਂ ਰੋਜੀ ਰੋਟੀ ਕਮਾਉਣ ਵਾਸਤੇ ਕਰਦਾ ਵਾਂ, ਮੰਨਦਾ ਕੁਝ ਨਹੀਂ। ਅੱਜ ਵੀ ਇਹੋ ਜਿਹੇ ਬੜੇ ਆ, ਢਾਡੀ, ਕਵੀਸ਼ਰ, ਕਥਾਵਾਚਕ, ਰਾਗੀ ਵੀ ਤੁਹਾਨੂੰ ਮਿਲਣਗੇ, ਹਰ ਗ੍ਰੰਥੀ ਵੀ ਮਿਲ ਜਾਣਗੇ ਇਹੋ ਜਿਹੇ ਜਿਹੜੇ ਗੁਰੂ ਨੂੰ ਮੰਨਦੇ ਨਹੀਂ ਗੇ, ਪਰ ਉਹ ਕਰਮ ਕਰਦੇ ਪਏ ਆ ਬਸ ਰੋਜੀ ਰੋਟੀ ਵਾਸਤੇ। ਕਹਿਣ ਲੱਗੀ ਇਹ ਮੇਰਾ ਕਿੱਤਾ ਹੈ, ਮੈਂ ਮੰਨਦਾ ਨਹੀਂ ਗਾ, ਇਹ ਸਭ ਗੱਲਾਂ ਨੇ, ਹੈ ਨਹੀਂ, ਅਸਲ ਵਿੱਚ ਹਕੀਕਤ ਨਹੀਂ। ਰੱਬ ਦੇ ਪਿਆਰੇ ਦਿਆਲੂ ਹੁੰਦੇ ਨੇ, ਸੰਤ ਹੋਵੇ ਤੇ ਦਿਆਲੂ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ? ਸੰਤ ਹੋਵੇ ਤੇ ਉਹਦੇ ਵਿੱਚ ਦਇਆ ਨਾ ਹੋਵੇ, ਉਹਨੂੰ ਸੰਤ ਨਹੀਂ ਕਿਹਾ ਜਾ ਸਕਦਾ, ਕਿਉਂਕਿ ਰੱਬ ਦਿਆਲੂ ਹੈ। ਤੇ ਸੰਤ ਉਹਨੂੰ ਕਿਹਾ ਜਿਹੜਾ ਰੱਬ ਦਾ ਰੂਪ ਹੋ ਗਿਆ ਤੇ ਉਹਦੇ ਵਿੱਚ ਉਹ ਗੁਣ ਲਾਜ਼ਮੀ ਆਵੇਗਾ। ਵਿਚਾਰਿਆ ਮਨ ਵਿੱਚ, ਏਡਾ ਵੱਡਾ ਵਿਦਵਾਨ ਹੈ, ਇੰਨੀ ਤੀਖਣ ਬੁੱਧੀ ਰੱਬ ਨੇ ਇਹਨੂੰ ਦਿੱਤੀ, ਇਹ ਕਿੱਧਰ ਤੁਰ ਪਿਆ ਹੈ? ਇਹਦੇ ਤੇ ਤਰਸ ਕਰਨਾ ਚਾਹੀਦਾ ਹੈ, ਕਿਤੇ ਐਵੇਂ ਨਾ ਹੀ ਚਲਾ ਜਾਵੇ, ਖਾਲੀ ਨਾ ਚਲਾ ਜਾਵੇ, ਕੜਛੀ ਵਾਲਾ ਹਾਰ ਨਾ ਬਣ ਜਾਵੇ ਦਾ, ਕੜਛੀ ਵਾਲਾ। ਕੜਛੀਆਂ ਫਿਰ ਅੰਨ ਸਵਾਓ ਨਾ ਜਾਣਨ ਸੁਣੀਆਂ, ਕੜਛੀ ਸਾਰਿਆਂ ਨੂੰ ਪਰੋਸਦੀ ਹੈ ਪਰ ਆਪ ਕੁਝ ਨਹੀਂ ਖਾਂਦੀ। ਮਹਾਰਾਜ ਨੇ ਪ੍ਰਮਾਣ ਦਿੱਤਾ ਨਾ ਗੁਰਬਾਣੀ ਵਿੱਚ, ਉਹ ਕਈ ਦੇਗਚਿਆਂ 'ਚ, ਕਈ ਪਤੀਲਿਆਂ 'ਚ ਵਿਚਰਦੀ ਆ, ਕਈ ਸਵਾਦਲੇ ਭੋਜਨਾਂ 'ਚ ਵਿਚਰਦੀ, ਪਰ ਖਾਂਦੀ ਆਪ ਕੱਖ ਨਹੀਂ, ਖਾਲੀ ਦੀ ਖਾਲੀ ਰਹਿ ਜਾਂਦੀ। ਮਹਾਂਪੁਰਖਾਂ ਨੇ ਸੋਚਿਆ ਕਿਤੇ ਕੜਛੀ ਵਾਲਾ ਕੰਮ ਨਾ ਇਹਦਾ ਰਹਿ ਜਾਵੇ, ਇਹਦੇ ਤੇ ਤਰਸ ਕਰਨਾ ਚਾਹੀਦਾ ਹੈ। ਕਹਿੰਦੇ ਨੇ ਮਹਾਂਪੁਰਖਾਂ ਨੇ ਉਹਦੀ ਬਾਂਹ ਫੜ ਲਈ। ਉਹ ਲਿਖਦਾ ਕਿ ਮੇਰੀ ਬਾਂਹ ਫੜ ਲਈ ਮਹਾਂਪੁਰਖਾਂ, ਬਾਂਹ ਫੜ ਕਰਕੇ ਮਹਾਂਪੁਰਖਾਂ ਨੇ ਇੱਕ ਵਾਰ ਆਖਿਆ, ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਇੰਨਾ ਬਚਨ ਕਹਿਣ ਦੀ ਦੇਰ ਸੀ, ਮੇਰੀ ਸਮਾਧੀ ਲੱਗ ਗਈ। ਜੋ ਕੁਝ ਮੈਂ ਬੋਲਿਆ ਸੀ ਉਹ ਮੈਂ ਸਭ ਕੁਝ ਵੇਖਿਆ,
मेरी सुरत गई उत्थे उत्थे। मैं सब कुछ सैर की, 5 मिनटां दे विच सब कुछ महापुरखां ने दिखा दिता। ते जदों मेरी समाधि खुली तो महापुरख कहण लगे हुण दस हैगा कि नहीं हैगा। ते प्रिंसीपल गंगा सिंह लिखते उस वेले मैं चरनी ढह पिया कि महापुरखो बख्श लो, मैं तो बहुत दूर सां, बहुत भुलिया होया सां, पर अज तुसीं मेरियां अखां खोल दित्तियां। अज मैनूं तुसीं उस मालिक दे दर्शन करवा दिते है। तुसीं इतिहास पढ़ के वेख लो। प्रिंसीपल जी लिखते ने उस दिन तो बाद मैं कदी रब ते तर्क नहीं कीते। अज जिहड़े तर्कां करदे फिरदे खेड तां इहो ही है, किसी पूर्ण साधु की संगत नहीं हुई। जिदन हो गई इन्हां नूं भी बदल देणगे, ये भी समर्था रखते हैं रब दे प्यारे। जिदन किते खेड बन गई इन्हां दा भी जीवन बदल जाएगा। सो गुरु प्यार वालियो, पढ़ लिख लेना होर गल है, पर उस अवस्था में पहुँचना होर गल है। तां ही पातशाह ने वचन लिखिया संत सहाई राम के। संत सहायता करते हैं, जे संत ना सहायता करते प्रिंसीपल की तो मर जाना सी नास्तिकी, टुटे हुए ने मर जाना सी। वो आप लिखते, मैं नहीं कह रहा, उन्हें आप लिखिया सी कि जे किते महापुरख मैनूं ना मिलते मैं नास्तिकी मर जाना सी। संत सहाई राम के, रब दे प्यारे संत जन सहाई हुंदे ने परमेश्वर नूं मिलाउण विच। ते कर किरपा दिया मिलाए, उन्होंने कृपा करके मिला दिता। सेज सुहावे सर्ब सुख, हुण दुखा नाही जाए। हुण अंतिश करन रूपी हिरदे रूपी सेजा जिहड़ी वो सुहावनी बन गई है, सुबह वाली बन गई है। क्यों कि हुण के अंदर रब जो आके बैठ गया, परमेश्वर बैठ गया ना, आके प्रगट हो गया। कहते हुण सर्ब सुख, सारे सुख ही सुख ने। हुण दुखा ना ही जाए, हुण दुखा नूं ते थां ही नहीं मिलती, रहन कित्थे विचारे। जाए दा अर्थ जगह, हुण दुखा नूं जगह ही नहीं मिलती रहन वास्ते, क्योंकि हुण वो मेरी अंतश करन रूपी सेजा जिहड़ी है वो सुहावनी बन गई है। कि उस सेजा ते सेजा दा मालक वाहिगुरू आके बैठ गया है। ते हुण जिहड़े दुख ने उन्हां नूं थां नहीं लभदी, कित्थे बैठी हो, ते भज गए। जिवें सतगुरां दा बचन पढ़दे हां, नस वंझो किल विखो करता घरे आया। कहंदे जदों करता घर आ गया ना, तो फिर तो कहीदा भाजो विकारो हुण इत्थों, हुण मेरा मालक आ गया। जिवें घर होवे ना, तो घर दा मालक घरे ना होवे, बाहर रहिंदा होवे, ते उस वेले घर विच लोग गंद पा दिंदे, कोई रूड़ी ला दिंदा, कोई छापे सुट दिंदा, कोई उत्थे अवारा पशु बैठे रहिंदे। वेले घर च किन्ने गंद पै जांदा ना। आपां वेखदे हां कई बार अपना घर होवे दूर, जिन्हों आपां वरतदे नहीं गे, उस घर विच गंद पै जांदा। किधरे कुत्ते तुरे फिरदे, किधरे अवारा पशु, किधरे उथे कोई छापे छुट जाता, कोई रूड़ी ला जाता, बुरा हाल हो जाता। इस तरह ही ये जीवन है। ते साडे जीवन का साडे अंदर का मालक है वाहिगुरू। ते जे हिरदे रूपी घर का मालक घरे ना होया, तो फिर साडे अंदर भी वो हाल बन जाना, गंद पै जाना है। इत्थे विकारां रूपी अवारा पशु तुरे फिरदे हैं, इत्थे भी भैड़े औगणा रूपी कंडे खिलर जाने ने। इत्थे भी गुरु प्यार वालियो गंदी बिरती रूपी रूड़ी लग जानी है। ऐसा हाल अंदर दा हो जाना है। पर जदों बाहरले घर विच मालक आ जांदा, वो फिर कहंदा करो सफाई कर दी। हुण ये की गंद पाया होया तुसीं, छापे छुपे चका करके अवारा पशुओं भी कढ़ दिंदा, उत्थों रूड़ी भी चका दिंदा, साफ सफाई कर दिंदा। भी ये की हाल बनाया घर दा तुसीं। इस तरह जदों अंदर दा मालक आ जांदा ना वाहिगुरू, तो उदों भी फिर कहंदा नस वंझो किल विखो, भाजो हुण विकारो, तुहाडी नहीं होए ते थां हैगी, करता घर आया। हुण तां मेरे घर दा मालक आ गया, अंदर दा मालक आ गया है। दूतह दहन भया
ਗੋਬਿੰਦ ਪ੍ਰਗਟਾਇਆ। ਜਦੋਂ ਗੋਬਿੰਦ ਮਾਲਕ ਪ੍ਰਗਟ ਹੋਇਆ ਨਾ ਅੰਦਰ, ਤੇ ਜਿਹੜੇ 5 ਦੂਤ ਸੀ ਇਹਨਾਂ ਨੂੰ ਤਾਂ ਸੜਨ ਵਾਲਾ ਹਾਲ ਹੋ ਗਿਆ, ਸੜ ਗਏ, ਬੜਾ ਬੁਰਾ ਹਾਲ ਹੋਇਆ, ਭੱਜ ਗਏ, ਰਹੇ ਨਹੀਂ ਅੰਦਰ। ਸੋ ਉਸ ਵੇਲੇ ਇਹ ਸੇਜਾ ਜਿਹੜੀ ਸੁਹਾਵਣੀ ਬਣ ਜਾਂਦੀ ਹੈ, ਅੰਦਰ ਸਾਰੇ ਸੁੱਖ ਪੈਦਾ ਹੁੰਦੇ ਜਦੋਂ ਉਹ ਸੱਜਣ ਪ੍ਰਗਟ ਹੋ ਜਾਂਦਾ ਅੰਦਰ। ਤੇ ਹੁਣ ਦੁੱਖਾਂ ਨਾ ਹੀ ਜਾਏ, ਮਹਾਰਾਜ ਕਹਿੰਦੇ ਹੁਣ ਦੁੱਖਾਂ ਨੂੰ ਕੋਈ ਥਾਂ ਨਹੀਂ ਭਾਈ, ਇੱਥੇ ਨਹੀਂ ਤੁਸੀਂ ਰਹਿ ਸਕਦੇ। ਇਸ਼ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ। ਉਸ ਵੱਡੇ ਭਾਗਾਂ ਵਾਲੀ ਜੀਵ ਇਸਤਰੀ ਦੀ ਇੱਛਾ ਪੂਰੀ ਹੋ ਗਈ। ਇੱਛਾ ਕੀ ਸੀ? ਕਿ ਉਹ ਪਤੀ ਪਰਮੇਸ਼ਰ ਮਿਲ ਜਾਵੇ, ਕਿਉਂਕਿ ਪਤੀ ਤੋਂ ਬਿਨਾਂ ਸੁਹਾਗਣ ਨਹੀਂ ਨਾ ਹੋ ਸਕਦੀ ਹੈ। ਤੇ ਉਹ ਵਾਹਿਗੁਰੂ ਪਤੀ ਨੂੰ ਪ੍ਰਾਪਤ ਕਰਨ ਵਾਲੀ ਜਿਹੜੀ ਸੁਹਾਗਣ ਹੈ, ਉਹ ਰੰਡੀ ਨਹੀਂ ਕਦੇ ਵੀ ਹੁੰਦੀ ਹੈ, ਉਹ ਵਿਧਵਾ ਨਹੀਂ ਕਦੇ ਹੁੰਦੀ ਹੈ। ਧਿਆਨ ਦੇਣਾ, ਉਹ ਸਦਾ ਸੁਹਾਗਣ ਰਹਿੰਦੀ ਹੈ, ਕਿਉਂਕਿ ਦੁਨਿਆਵੀ ਪਤੀ ਤਾਂ ਛੱਡ ਵੀ ਸਕਦਾ ਤੇ ਮਰ ਵੀ ਸਕਦਾ, ਪਰ ਜਿਹੜਾ ਉਹ ਪਤੀ ਹੈ ਨਾ ਉਹਨੇ ਛੱਡਣਾ ਹੈ। ਕਰ ਗਹਿ ਲੀਨੀ ਪਾਰ ਬ੍ਰਹਮ ਬਾਹੁੜ ਨਾ ਵਿਛੜੀ ਆਹੋ, ਦੁਬਾਰਾ ਨਹੀਂ ਫਿਰ ਵਿਛੜਦਾ। ਤੇ ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੈ ਨਾ ਜਾਇਆ। ਨਾ ਉਹ ਕਦੀ ਮਰਦਾ ਹੈ, ਨਾ ਕਦੀ ਛੱਡ ਕੇ ਜਾਂਦਾ। ਇਸ ਕਰਕੇ ਉਹ ਸਦਾ ਸੁਹਾਗਣ ਰਹਿੰਦੀ ਹੈ। ਉਹ ਵੱਡੇ ਭਾਗਾਂ ਵਾਲੀ ਜੀਵ ਰੂਪੀ ਇਸਤਰੀ ਦੀ ਇੱਛਾ ਪੂਰੀ ਹੋ ਗਈ, ਤੇ ਉਹ ਵਾਹਿਗੁਰੂ ਰੂਪੀ ਰਾਏ ਰਾਜਾ ਪਰਮੇਸ਼ਰ ਜਿਹੜਾ ਹੈ, ਉਸ ਵਰ ਨੂੰ ਪ੍ਰਾਪਤ ਕਰ ਲਿਆ ਹੈ। ਮਿਲ ਸਹੀਆ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ। ਤੇ ਜਿਵੇਂ ਹੁਣ ਪਤੀ ਦੀ ਪ੍ਰਾਪਤੀ ਹੁੰਦੀ ਹੈ, ਤੇ ਫਿਰ ਖੁਸ਼ੀ ਦੇ ਗੀਤ ਗਾਏ ਜਾਂਦੇ ਆ, ਖੁਸ਼ੀਆਂ ਮਨਾਈਆਂ ਜਾਂਦੀਆਂ। ਇੱਥੇ ਖੁਸ਼ੀਆਂ ਕਿਹੜੀਆਂ ਮਨਾਈਆਂ ਜਾਂਦੀਆਂ? ਮਿਲ ਸਹੀਆ ਮੰਗਲ ਗਾਵਹੀ, ਫਿਰ ਸੰਤਾਂ ਰੂਪੀ ਸਹੇਲੀਆਂ ਨਾਲ ਮਿਲ ਕਰਕੇ ਉਹ ਖੁਸ਼ੀਆਂ ਮਨਾਉਂਦੀ ਹੈ, ਮੰਗਲ ਗਾਉਂਦੀ ਹੈ, ਖੁਸ਼ੀ ਦੇ ਗੀਤ ਗਾਉਂਦੀ ਹੈ। ਗੀਤ ਗੋਵਿੰਦ ਅਲਾਏ, ਉਸ ਗੋਵਿੰਦ ਪਰਮੇਸ਼ਰ ਦੀ ਸਿਫਤ ਦੇ ਗੀਤ ਗਾਏ ਜਾਂਦੇ ਆ, ਵਾਹਿਗੁਰੂ ਦੀ ਵਡਿਆਈ ਦੇ ਗੀਤ ਗਾਏ ਜਾਂਦੇ ਆ। ਤੇ ਰੱਬ ਦੀ ਸਿਫਤ ਦੇ ਗੀਤ ਕਿਹੜੇ ਨੇ? ਇਹ ਬਾਣੀ ਉਹਦੇ ਗੀਤ ਹੀ ਨੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਅਸੀਂ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਭੋਲਿਆ ਕਿੱਧਰ ਜੁੜਿਆ ਹੋਇਆ, ਕਿੱਧਰ ਲੱਗਾ ਹੋਇਆ ਹੈ। ਜਗਤ ਮਹਿ ਝੂਠੀ ਦੇਖੀ ਪ੍ਰੀਤ, ਇਹ ਜਿਨ੍ਹਾਂ ਨਾਲ ਤੂੰ ਪਿਆਰ ਪਾਈ ਬੈਠਾ ਹੈ, ਪ੍ਰੀਤੀ ਪਾਈ ਬੈਠਾ ਹੈ, ਇਹ ਤੇ ਝੂਠੀ ਹੈ। ਅਸੀਂ ਦੇਖਿਆ ਹੈ, ਇਹ ਜਗਤ ਦੀ ਝੂਠੀ ਪ੍ਰੀਤ ਹੈ। ਆਪਣੇ ਸੁਖ ਸਿਉ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਇਹ ਆਪਣੇ ਸੁੱਖ ਨਾਲ ਜੁੜੇ ਹੈ, ਕੀ ਇਸਤਰੀ, ਕੀ ਮਿੱਤਰ, ਕੀ ਪੁੱਤਰ, ਜੋ ਕੁਝ ਵੀ ਹੈਗਾ ਹੈ, ਸੁੱਖ ਕਰਕੇ ਤੇਰੇ ਨਾਲ ਜੁੜੇ ਹੈ, ਸਾਥ ਤੇਰਾ ਕਿਸੇ ਨੇ ਦੇਣਾ ਨਹੀਂ। ਮੇਰਾਓ ਸਭੈ ਕਹਿਤ ਹੈ, ਹਿਤ ਸਿਉ ਬਾਧਿਓ ਚੀਤ। ਮੇਰਾ ਸਾਰੇ ਕਹਿੰਦੇ ਨੇ, ਮੋਹ ਵਿੱਚ ਚਿੱਤ ਵੱਜਾ ਹੋਇਆ ਹੈ। ਅੰਤ ਕਾਲ ਸੰਗੀ ਨਹਿ ਕੋਊ, ਇਹ ਅਚਰਜ ਹੈ ਰੀਤ। ਮਾਰੇ ਕਹਿੰਦੇ ਅੰਤ ਵੇਲੇ ਇਹਨਾਂ ਚੋਂ ਸਾਥੀ ਕੋਈ ਨਹੀਂ ਤੇਰਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਜਿੱਥੇ ਮਾਤਾ ਪਿਤਾ ਸੁਤ ਪੁੱਤਰ ਮਿੱਤਰ ਭਰਾ ਕਿਸੇ ਨੇ ਸਾਥ ਨਹੀਂ ਦੇਣਾ। ਮਨ ਊਹਾ ਨਾਮ ਤੇਰਾ ਸੰਗ ਸਹਾਈ, ਮਨਾ ਉਥੇ ਨਾਮ ਨੇ ਤੇਰਾ ਸਾਥ ਦੇਣਾ, ਕਿਸੇ ਹੋਰ ਨੇ ਦੇਣਾ। ਅੰਤ ਕਾਲ ਸੰਗੀ ਨਹਿ ਕੋਊ, ਹਿਤ ਸਿਉ ਬਾਧਿਓ, ਇਹ ਅਚਰਜ ਹੈ ਰੀਤ। ਇਹ ਬੜੀ ਹੈਰਾਨੀ ਵਾਲੀ ਗੱਲ ਹੈ, ਹੈਰਾਨੀ ਵਾਲੀ ਰੀਤੀ ਹੈ। ਪਹਿਲਾਂ ਸਾਰੇ ਮੇਰਾ ਕਹਿੰਦੇ ਨੇ, ਜਦੋਂ ਸਰੀਰ ਤਿਆਗ ਜਾਂਦਾ ਉਦੋਂ ਨਾਲ ਕੋਈ ਨਹੀਂ ਜਾਂਦਾ। ਪ੍ਰੀਤਮ ਜਾਣ ਲੇਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰੈ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਕਰ ਭਾਗੀ। ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਸਿਓ ਨਿਹੋ ਲਗਾਇਓ।
ਅੰਤ ਕਾਲ ਬਿਨ ਨਾਨਕ ਹਰਿ ਜੀ ਕੋਉ ਕਾਮਨਾ ਆਇਓ। ਮਾਰੇ ਕਹਿੰਦੇ ਲਾਲਾ ਪ੍ਰੇਮ ਜੀ ਨੇ ਲਾਉਣਾ, ਜਾਣ ਲਾ ਮਨ ਵਿੱਚ। ਇਹ ਸਾਰੇ ਆਪਣੇ ਜੁਗ ਸੁੱਖ ਵਿੱਚ ਫਸੇ ਹੋਏ ਲੋਕ ਨੇ, ਕੋਈ ਨਹੀਂ ਕਿਸੇ ਦਾ। ਕਬੀਰਾ ਹਮਰਾ ਕੋ ਨਹੀਂ, ਹਮ ਕਿਸਹੂ ਕੇ ਨਾਹੀਂ। ਸਾਡਾ ਕੋਈ ਨਹੀਂ ਤੇ ਅਸੀਂ ਵੀ ਕਿਸੇ ਦੇ ਨਹੀਂ। ਕੋਈ ਨਹੀਂ ਇਹਨਾਂ ਵਿੱਚੋਂ ਸੁੱਖ ਵੇਲੇ ਸਾਰੇ ਘੇਰਾ ਪਾ ਕੇ ਬਹਿ ਜਾਂਦੇ, ਅਸੀਂ ਤੇਰੇ ਸੱਜਣ, ਤੂੰ ਅੱਧੀ ਰਾਤ ਸਾਨੂੰ ਯਾਦ ਕਰੀ, ਅਸੀਂ ਭੱਜੇ ਆਵਾਂਗੇ। ਸੁੱਖ ਵੇਲੇ ਕਹਿੰਦੇ ਆ, ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸ ਘੇਰਾ। ਚਾਰ ਚਫੇਰੇ ਘੇਰਾ ਬਾਈ ਬੈਠੇ ਹੁੰਦੇ ਆ। ਜਬ ਹੀ ਹੰਸ ਸੋ ਵਾਹਿਗੁਰੂ, ਵਿਪਤ ਪਰੀ ਸਭ ਹੀ ਸੰਗ ਛਾੜਤ। ਜਦੋਂ ਵਿਪਤਾ ਪੈ ਜਾਂਦੀ, ਦੁੱਖ ਦਾ ਸਮਾ ਆ ਜਾਂਦਾ, ਸਾਰੇ ਸਾਥ ਛੱਡ ਜਾਂਦੇ ਆ। ਕੋਉ ਨਾ ਆਵਤ ਨੇੜਾ, ਕੋਈ ਨਹੀਂ ਨੇੜੇ ਆਉਂਦਾ। ਘਰ ਕੀ ਨਾਰ, ਮਾਰੇ ਕਹਿੰਦੇ ਘਰ ਕੀ ਨਾਰ, ਘਰ ਵਾਲੀ ਬਹੁਤ ਹਿਤ ਜਾਸਿਓ, ਜਿਹਦੇ ਨਾਲ ਤੇਰਾ ਬਹੁਤਾ ਪਿਆਰ ਆ, ਬਹੁਤਾ ਮੋਹ ਹੈ। ਸਦਾ ਰਹਿਤ ਸੰਗ ਲਾਗੀ, ਸਦਾ ਤੇਰੇ ਨਾਲ ਰਹਿੰਦੀ। ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਜਦੋਂ ਤੇਰੇ ਸਰੀਰ ਵਿੱਚੋਂ ਹੰਸ ਨੇ, ਜੀਓ ਆਤਮਾ ਨੇ ਸਰੀਰ ਛੱਡ ਦਿੱਤਾ, ਉਹਨੇ ਵੀ ਤੇਰਾ ਸਾਥ ਨਹੀਂ ਦੇਣਾ। ਉਹਨੇ ਵੀ ਕਹਿਣਾ ਛੇਤੀ ਲੈ ਜਾਓ, ਪ੍ਰੇਤ ਆ ਪ੍ਰੇਤ, ਇਹਨੂੰ ਲੈ ਜਾਓ। ਘਰ ਕੀ ਨਾਰ ਉਰੇ ਤਨ ਲਾਗੀ, ਉਹ ਤਾਂ ਭੂਤ ਭੂਤ ਕਰ ਭਾਗੀ। ਇਹ ਵਿਦ ਕੋ ਵਿਵਹਾਰ ਬਣਿਓ ਹੈ। ਮਾਰੇ ਕਿ ਇਸ ਤਰ੍ਹਾਂ ਦਾ ਇਹ ਕਾਰ ਵਿਹਾਰ ਬਣਿਆ ਸੰਸਾਰ ਦਾ। ਜਾ ਸਿਓ ਨਿਹੋ ਲਗਾਇਓ, ਜਿਹਦੇ ਨਾਲ ਤੂੰ ਪ੍ਰੇਮ ਲਾ ਕੇ ਬੈਠਾ ਹੈ। ਅੰਤ ਕਾਲ ਬਿਨ ਨਾਨਕ, ਅੰਤ ਕਾਲ ਨਾਨਕ ਬਿਨ ਹਰਿ ਜੀ। ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ, ਅੰਤ ਸਮੇਂ ਪਰਮੇਸ਼ਰ ਤੋਂ ਬਿਨਾ ਕੋਉ ਕਾਮ ਨਾ ਆਇਓ। ਕਿਸੇ ਨੇ ਕੰਮ ਨਹੀਂ ਆਉਣਾ, ਜਿੰਨਾ ਮਰਜ਼ੀ ਪਿਆਰ ਪਾਈ ਫਿਰ, ਕਿਸੇ ਨੇ ਸਾਥ ਨਹੀਂ ਦੇਣਾ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ, ਅੰਤ ਕਾਲ ਸੰਗੀ ਨਹਿ ਕੋਉ, ਇਹ ਅਚਰਜ ਹੈ ਰੀਤ। ਅੰਤ ਵੇਲੇ ਕੋਈ ਸਾਥੀ ਨਹੀਂ, ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਮਨ ਮੂਰਖ ਅਜਹੂ ਨਹਿ ਸਮਝਤ, ਸਿੱਖਦਾ ਹਾਰਿਓ ਨੀਤ। ਇਹ ਮੂਰਖ ਮਨ ਅਜੇ ਵੀ ਸਮਝਦਾ ਨਹੀਂ, ਇਹਨੂੰ ਸਿੱਖਿਆ ਦੇ ਦੇ ਕੇ ਹਾਰ ਗਏ ਅਸੀਂ ਨਿੱਤ, ਇਹਨੂੰ ਲੱਗਦੀ ਨਹੀਂ, ਫਿਰ ਵੀ ਉਹਨਾਂ ਨੂੰ ਸੰਗੀ ਮੰਨੀ ਬੈਠਾ, ਅਜੇ ਵੀ ਸਾਥ ਨਹੀਂ ਛੱਡਦਾ। ਹਾਰ ਗਏ ਅਸੀਂ ਸਿੱਖਿਆ ਦੇ ਦੇ ਕਰਕੇ। ਪਰ ਅਖੀਰਲਾ ਬਚਨ ਕਹਿੰਦੇ ਨੇ, ਨਾਨਕ ਭਉਜਲ ਪਾਰ ਪਰੈ, ਜੋ ਗਾਵੈ ਪ੍ਰਭ ਕੇ ਗੀਤ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਜੇ ਸੰਸਾਰ ਤੋਂ ਤਰਨਾ ਹੈ ਤੇ ਤਾਂ ਤਰੇਗਾ ਜੇ ਰੱਬ ਦੇ ਗੀਤ ਗਾਵੇਂਗਾ, ਪਰਮੇਸ਼ਰ ਦੇ ਗੀਤ ਗਾਵੇਂਗਾ। ਆ ਗੰਦੇ ਗੀਤ ਗਾਉਣ ਵਾਲੇ ਤੇ ਬੜੇ ਤੁਰੇ ਫਿਰਦੇ ਆ, ਗੰਦੇ ਗੀਤ ਸੁਣਨ ਵਾਲੇ ਬੜੇ ਤੁਰੇ ਫਿਰਦੇ ਆ। ਇਹਨਾਂ ਗੰਦੇ ਗੀਤਾਂ ਬਾਰੇ ਤੇ ਮੇਰੇ ਪਾਤਸ਼ਾਹ ਕਹਿੰਦੇ, ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ। ਐ ਮੇਰੇ ਮਾਲਕਾ, ਮੇਰੇ ਕਿਤੇ ਕੰਨਾਂ 'ਚ ਨਾ ਪਾ ਦੀਏ, ਨਹੀਂ ਸੁਣਦੇ ਮੈਂ। ਸਾਖਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਇਹ ਸਾਖਤਾਂ ਵਾਲੇ ਗੀਤ, ਇਹ ਜਿਹੜੇ ਅਜਾਈ ਬੋਲ ਨੇ, ਜਿਨ੍ਹਾਂ ਦਾ ਲਾਭ ਹੀ ਕੋਈ ਨਹੀਂ ਗੀ, ਜਿਨ੍ਹਾਂ ਦਾ ਕੋਈ ਸਿਰ ਮੂੰਹ ਹੀ ਨਹੀਂ ਗਾ। ਆ ਜਿੰਨੇ ਗੀਤ ਕਲਾਕਾਰ ਗਾਉਂਦੇ ਆ, ਤੁਸੀਂ ਵੇਖਦੇ ਹੋ, ਬੀਬੀਆਂ ਤੇ ਗਾਏ ਜਾਂਦੇ ਆ। ਆਪਾਂ ਨੂੰ ਪਤਾ ਹੀ ਹੈ ਨਾ, ਬੀਬੀ ਨੂੰ ਸੰਬੋਧਨ ਕਰਕੇ ਗਾਏ ਜਾਂਦੇ ਆ। ਕਿੰਨੇ ਭੈੜੇ ਸ਼ਬਦ ਸਾਡੀਆਂ ਧੀਆਂ ਭੈਣਾਂ ਵਾਸਤੇ ਵਰਤੇ ਜਾਂਦੇ। ਕੋਈ ਕਲਾਕਾਰ ਸਾਡੀਆਂ ਧੀਆਂ ਭੈਣਾਂ ਦੇ ਲੱਕ ਦੀ ਗੱਲ ਕਰਦਾ, ਮਿਣਨ ਦੀ। ਕੋਈ ਸਾਡੇ ਪੱਗਾਂ ਤੇ ਵੀ ਪੋਚਵੀਆਂ ਪੱਗਾਂ ਵਾਲੇ ਆ ਗਏ, ਧੀਆਂ ਭੈਣਾਂ ਵਿਚਾਲੋ। ਦੱਸੋ, ਇਹ ਪੱਗਾਂ ਦਾ ਇਤਿਹਾਸ ਹੈ? ਕੋਈ ਕਹਿੰਦਾ ਵੀ ਖਾੜਕੂ ਖੜਾ ਹੈ, ਕੌਣ ਲੈ ਜਾਊਗਾ? ਤੇ ਖਾੜਕੂ ਇਹ ਕੰਮ ਕਰਦੇ ਸੀ। ਇਹ ਸੋਚਣ ਵਾਲੀ ਗੱਲ ਹੈ। ਪਰ ਅਸੀਂ ਕਿੱਥੇ ਚਲੇ ਗਏ? ਅਸੀਂ ਕਿੱਧਰ ਤੁਰ ਪਏ? ਸਮਝਣ ਦੀ ਲੋੜ ਹੈ। ਸਾਡੀਆਂ ਧੀਆਂ ਭੈਣਾਂ ਦੀ ਪੱਤ ਰੋਲਣ ਵਾਲੇ ਗੀਤ ਸਾਡੀਆਂ ਅੱਖਾਂ ਦੇ ਸਾਹਮਣੇ ਗਾ ਕੇ ਜਾਂਦੇ। ਗਾ ਕੇ ਕੀ ਜਾਂਦੇ? ਅਸੀਂ ਖੁਦ ਸੱਦਦੇ ਹਾਂ, ਪੈਸੇ ਦਿੰਦੇ ਕੋਲੋਂ। ਸਾਡੇ ਹਾਲਾਤ ਇਹ ਬਣੇ। ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਜਿਹੜੇ ਸੱਦਦੇ ਉਹਨਾਂ ਦੀ ਗੱਲ। ਤੁਹਾਨੂੰ ਵੀ ਪਤਾ ਹੀ ਹੈ ਆ ਥਾਂ ਥਾਂ ਤੇ ਕੀ ਹੋ ਰਿਹਾ। ਪਹਿਲੀ ਗੱਲ ਤੇ ਗੁਰੂ ਸਾਹਿਬ ਦਾ ਹੁਕਮ ਹੈ ਵੀ ਕਬਰ ਦੀ ਪੂਜਾ ਹੀ ਨਹੀਂ ਕਰਨੀ, ਕਬਰ ਤੇ ਜਾਣਾ ਨਹੀਂ। ਤੇ ਇਹ ਗਾਤਰੇ ਪਾ ਕਰਕੇ ਕਈ ਵਾਰ ਕਬਰਾਂ ਤੇ ਗਾਉਣ ਵਾਲੀਆਂ ਲਵਾਉਂਦੇ ਆ ਤੇ ਆਪ ਅੱਗੇ ਹੋ ਕੇ ਬੈਠੇ ਹੁੰਦੇ। ਇਹ ਸਮਝਣ ਦੀ ਲੋੜ ਹੈ। ਉਹਨਾਂ ਗੀਤਾਂ ਦੀ ਗੱਲ ਨਹੀਂ ਕੀਤੀ। ਪਾਤਸ਼ਾਹ ਕਹਿੰਦੇ ਗੀਤ ਗੋਬਿੰਦ ਅਲਾਏ, ਰੱਬ ਦੇ ਗੀਤ ਫਿਰ ਉਹ ਗਾਉਂਦੇ ਨੇ।
ਹਰ ਜੀਹਾ ਅਵਰ ਨ ਦਿਸਈ, ਕੋਈ ਦੂਜਾ ਲਵੈ ਨ ਲਾਏ। ਫਿਰ ਉਹਨਾਂ ਦੀ ਖੇਡ ਐਸੀ ਬਣ ਜਾਂਦੀ, ਉਹਨਾਂ ਨੂੰ ਰੱਬ ਵਰਗਾ ਹੋਰ ਕੋਈ ਨਹੀਂ ਦਿਸਦਾ। ਬਥੇਰੇ ਤੁਰੇ ਫਿਰਦੇ ਆ, ਮੈਂ ਵੀ ਰੱਬ ਆ, ਮੈਂ ਵੀ ਰੱਬ ਆ। ਕੋਈ ਬਿਆਸਾ ਬੈਠਾ, ਕੋਈ ਸਰਸੇ ਬੈਠਾ, ਕੋਈ ਨੂਰ ਮਹਿਲ ਬੈਠਾ, ਸਾਰੇ ਰੱਬ ਹੀ ਬਣੇ ਆ। ਪਰ ਰੱਬ ਦੇ ਪਿਆਰਿਆਂ ਨੂੰ ਫਿਰ ਹੋਰ ਨਹੀਂ ਕੋਈ ਦਿਸਦਾ। ਉਹ ਕਹਿੰਦੇ ਐਵੇਂ ਤੁਰੇ ਫਿਰਦੇ ਆ। ਦੂਜਾ ਲਵੈ ਨਾ ਲਾਏ। ਲਵੈ ਜਿਹੜੀ ਨਾ ਬੋਲੀ, ਇਹ ਮਾਲਵੇ ਦੀ ਆ। ਲਵੈ ਨੇੜੇ ਨੂੰ ਕਹਿੰਦੇ ਮਾਲਵੇ 'ਚ। ਉਹ ਦੂਜੇ ਨੂੰ ਤਾਂ ਨੇੜੇ ਨਹੀਂ ਲਾਉਂਦੇ। ਕਹਿੰਦੇ ਜਾ ਭਾਈ, ਤੂੰ ਕਿੱਥੋਂ ਰੱਬ ਬਣ ਗਿਆ? ਰੱਬ ਕੋਈ ਹੋਰ ਹੈ, ਤੂੰ ਨਹੀਂ ਗਾ। ਰੱਬ ਤਾਂ ਮੇਰੇ ਅੰਦਰ ਵਸਦਾ, ਤਾਂ ਇੱਥੋਂ ਕੀ ਲੈਣਾ ਮੈਂ? ਮਾਲਵੇ 'ਚ ਜਾਓਗੇ ਨਾ, ਉਹ ਲਵੈ ਸ਼ਬਦ ਕਹਿੰਦੇ, ਆਪਾਂ ਨੇੜੇ ਕਹਿੰਦੇ, ਉਹ ਲਵੈ ਕਹਿੰਦੇ। ਦੂਜੇ ਨੂੰ ਤਾਂ ਨੇੜੇ ਨਹੀਂ ਲਾਉਂਦੇ ਉਹ ਰੱਬ ਦੇ ਪਿਆਰੇ। ਉਹਨਾਂ ਨੂੰ ਰੱਬ ਵਰਗਾ ਹੋਰ ਕੋਈ ਦਿਸਦਾ ਹੀ ਨਹੀਂ। ਗੁਰ ਪੂਰਾ ਭੇਟਿਓ ਵਡ ਭਾਗੀ, ਮਨਹਿ ਭਇਆ ਪ੍ਰਗਾਸਾ। ਕੋਈ ਨਾ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਉਹਨਾਂ ਨੂੰ ਰੱਬ ਤੇ ਭਰੋਸਾ, ਆਪਣੇ ਮਾਲਕ ਦਾ ਭਰੋਸਾ ਬਣ ਜਾਂਦਾ ਵੀ ਨਹੀਂ, ਮੇਰੇ ਮਾਲਕ ਵਰਗਾ ਹੋਰ ਕੋਈ। ਲੱਖਾਂ ਤੁਰੇ ਫਿਰਨਗੇ ਪਰ ਮੇਰੇ ਮਾਲਕ ਵਰਗਾ ਕੋਈ ਨਹੀਂ ਗਾ। ਗਾਡਰ ਪਟੜੀ ਦੇ ਸਦਾ ਹੀ ਰਹਿਣ ਇਕੱਠੇ, ਫਿਰ ਵੀ ਦੋ ਤੋਂ ਇੱਕ ਨਹੀਂ ਹੋ ਸਕਦੇ। ਤਾਰੇ ਲੱਖਾਂ ਹੀ ਭਾਵੇਂ ਪ੍ਰਕਾਸ਼ ਵਾਲੇ, ਸਾਵੇਂ ਸੂਰਜ ਦੇ ਨਹੀਂ ਖਲੋ ਸਕਦੇ। ਹੁਣ ਆ ਪਟੜੀ ਜਿਹੜੀ ਨਹੀਂ, ਟ੍ਰੇਨ ਦੀ ਪਟੜੀ, ਦੋ ਗਾਡਰ ਹੁੰਦੇ ਨਾ, ਰਹਿੰਦੇ ਸਦਾ ਇਕੱਠੇ ਨਹੀਂ, ਪਰ ਦੋ ਤੋਂ ਇੱਕ ਨਹੀਂ ਹੋ ਸਕਦੇ, ਅੱਡੋ ਅੱਡੀ ਰਹਿਣਾ ਪੈਂਦਾ। ਤਾਰੇ ਲੱਖਾਂ ਵੀ ਭਾਵੇਂ ਪ੍ਰਕਾਸ਼ ਵਾਲੇ, ਸਾਵੇਂ ਸੂਰਜ ਦੇ ਨਹੀਂ ਖਲੋ ਸਕਦੇ। ਕਹਿੰਦੇ ਲੱਖਾਂ ਭਾਵੇਂ ਤਾਰਿਆਂ ਦੀ ਗਿਣਤੀ ਵੱਧ ਹੈ, ਪਰ ਸੂਰਜ ਦੇ ਸਾਹਮਣੇ ਉਹਨਾਂ ਦੀ ਕੋਈ ਔਕਾਤ ਨਹੀਂ ਗੀ। ਸੂਰਜ ਦੇ ਸਾਹਮਣੇ ਨਹੀਂ ਖਲੋ ਸਕਦੇ, ਦਿਸਦੇ ਹੀ ਨਹੀਂ। ਕੁੱਤੇ ਫਿਰਨ ਭਾਵੇਂ ਲੱਖਾਂ ਭੌਂਕਦੇ, ਬੱਬਰ ਸ਼ੇਰ ਨੂੰ ਕਦੇ ਨਹੀਂ ਖੋ ਸਕਦੇ। ਭਾਵੇਂ ਕੁੱਤੇ ਲੱਖਾਂ ਹੋਣ, ਬੱਬਰ ਸ਼ੇਰ ਨੂੰ ਨਹੀਂ ਖੋ ਸਕਦੇ। ਇਸੇ ਤਰ੍ਹਾਂ ਦੰਭੀ ਪਖੰਡੀ ਭਾਵੇਂ ਤੁਰੇ ਫਿਰਨ ਲੱਖਾਂ, ਸਾਡੇ ਗੁਰੂ ਜੀ ਦੀ ਜੁੱਤੀ ਵਰਗੇ ਵੀ ਨਹੀਂ ਹੋ ਸਕਦੇ। ਭਾਵੇਂ ਲੱਖਾਂ ਤੁਰੇ ਫਿਰਨ, ਪਰ ਸਾਡੇ ਗੁਰੂ ਪਾਤਸ਼ਾਹ ਦੇ ਜੋੜੇ ਵਰਗੇ ਵੀ ਨਹੀਂ ਹੋ ਸਕਦੇ। ਬਣੇ ਫਿਰਨ ਗੁਰੂ ਆਪਣੇ ਤਾਂ ਤੇ ਮੱਥੇ ਟਿਕਾਈ ਜਾਣ, ਪਰ ਧੰਨ ਗੁਰੂ ਗ੍ਰੰਥ ਸਾਹਿਬ ਵਰਗਾ ਨਹੀਂ ਕੋਈ ਹੋ ਸਕਦਾ। ਭਾਈ ਗੁਰਦਾਸ ਜੀ ਨੇ ਤੇ ਗੱਲ ਹੀ ਮੁਕਾ ਦਿੱਤੀ, ਸ੍ਰੀ ਗੁਰੂ ਦਇਆਲ ਕੀ ਨ ਦਇਆ ਆਣ ਦੇਵ ਮੈਂ, ਜਾਓ ਖੰਡ ਬ੍ਰਹਿਮੰਡ ਉਦੈ ਅਸਤ ਲਓ ਧਾਈ ਹੈ। ਕਹਿੰਦੇ ਸਤਿਗੁਰਾਂ ਵਰਗੀ ਦਇਆ ਕਿਤੇ ਹੋਰ ਲੱਭਣੀ ਨਹੀਂ। ਭਾਵੇਂ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਜਿੱਥੋਂ ਤੱਕ ਮਰਜ਼ੀ ਦੌੜਿਆ, ਭੱਜਿਆ ਜਿੱਥੋਂ ਤੱਕ ਜਾਣ, ਭੱਜਣਾ ਹੀ ਨਹੀਂ ਮਿਲਣੀ ਦਇਆ ਗੁਰੂ ਵਰਗੀ। ਹਰ ਜੇਹਾ ਅਵਰ ਨਾ ਦਿਸਈ, ਉਹਨਾਂ ਨੂੰ ਰੱਬ ਵਰਗਾ ਕੋਈ ਹੋਰ ਨਹੀਂ ਦਿਸਦਾ। ਕੋਈ ਦੂਜਾ ਲਵੈ ਨਾ ਲਾਏ, ਕਿਸੇ ਦੂਜੇ ਨੂੰ ਤਾਂ ਨੇੜੇ ਨਹੀਂ ਲਾਉਂਦੇ, ਉਹ ਨੇੜੇ ਨਹੀਂ ਆਉਣ ਦਿੰਦੇ। ਮਹਾਰਾਜ ਦਾ ਬਚਨ ਨਾ, ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨਾਇਕ ਨਾ ਅੰਨ ਹੈ। ਇੱਕ ਤੋਂ ਬਿਨਾਂ ਤੇ ਦੂਜੇ ਨੂੰ ਮਨ ਦੇ ਵਿੱਚ ਕਿਨਕਾ ਮਾਤਰ ਲਿਆਉਣਾ ਹੀ ਨਹੀਂ ਸਿੱਖਣੇ। ਉਹ ਲਿਆਉਂਦੇ ਹੀ ਨਹੀਂ, ਲਾਉਂਦੇ ਨਹੀਂ ਨੇੜੇ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਟ, ਭੂਲ ਨਾ ਮੰਨ, ਭੁੱਲ ਕੇ ਨਹੀਂ ਮੰਨਦੇ ਉਹ। ਫਿਰ ਗੁਰੂ ਤੋਂ ਬਿਨਾਂ ਮੜੀਆਂ ਮਸਾਣਾਂ ਨੂੰ ਭੁੱਲ ਕੇ ਵੀ ਨਹੀਂ ਜਾਂਦੇ ਉੱਥੇ। ਐਸਾ ਉਹਨਾਂ ਦਾ ਜੀਵਨ ਬਣ ਜਾਂਦਾ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗ੍ਹਾ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਾਣੈ। ਉਦੋਂ ਖਾਲਸਾ ਬਣਦਾ ਜਦੋਂ ਪੂਰਨ ਜੋਤ ਹਿਰਦੇ ਵਿੱਚ ਜਗ ਜਾਂਦੀ ਹੈ। ਕੋਈ ਦੂਜਾ ਲਵਾ ਨਾ ਲਾਏ, ਕਿਸੇ ਦੂਸਰੇ ਨੂੰ ਨੇੜੇ ਨਹੀਂ ਲਾਉਂਦੇ। ਹਲਤ ਬਲਤ ਸਵਾਰੇ ਹੋਣ, ਨਿਹਚਲ ਦਿੱਤੀ ਅਨਜਾਏ। ਜਿਨ੍ਹਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਮਹਾਰਾਜ ਕਹਿੰਦੇ ਉਹਨਾਂ ਦਾ ਹਲਤ, ਇਹ ਲੋਕ ਪਲਤ ਪਰਲੋਕ ਦੋਵੇਂ ਸਵਾਰ ਦਿੱਤੇ ਰੱਬ ਨੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਕਰ ਕਿਰਪਾ ਨਾਨਕ ਹਰਿ ਪ੍ਰਭ ਆਪਹਿ ਮੇਲੇ। ਇਹ ਲੋਕ ਵੀ ਉਹਨਾਂ ਦਾ ਸੁਖੀ ਹੋ ਜਾਂਦਾ, ਪਰਲੋਕ ਵੀ ਸਹੇਲਿਆ ਹੋ ਜਾਂਦਾ। ਨਾਨਕ ਹਰਿ ਪ੍ਰਭ ਆਪਹਿ ਮੇਲੇ, ਆਪੇ ਉਹਨੂੰ ਵਾਹਿਗੁਰੂ ਮੇਲ ਲੈਂਦਾ ਆਪਣੇ ਵਿੱਚ। ਹੁਣ ਤਾਂ ਸਾਡੇ ਵਿਦਵਾਨ ਕਹਿੰਦੇ ਹੋਰ ਲੋਕ ਕੋਈ ਹੈਗਾ ਹੀ ਨਹੀਂ। ਸਿਆਣੇ ਬਣ ਗਏ ਨਾ ਗੁਰੂ ਸਾਹਿਬ ਨਾਲੋਂ, ਗੁਰਬਾਣੀ ਨਾਲੋਂ ਵੀ ਸਿਆਣੇ। ਮਹਾਰਾਜ ਤੇ ਕਹਿੰਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਦੋਨਾਂ ਲੋਕਾਂ ਦਾ ਜ਼ਿਕਰ ਕਰ ਰਹੇ ਨੇ ਪਾਤਸ਼ਾਹ। ਸੋ ਉਹ ਜਿਹੜੇ ਜੀਵ ਨੇ ਉਹਨਾਂ ਦਾ ਹਲਤ ਪਲਤ ਭਾਵ ਇਹ ਲੋਕ ਤੇ ਪਰਲੋਕ, ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟਹਿ ਕੰਬਾਣੇ ਪਾਪ ਚਰਾਣੇ, ਸਾਧ ਸੰਗਤ ਮਿਲ ਮੁਆ ਜੀਜੈ। ਉਹਨਾਂ ਦੇ ਦੋਵੇਂ ਲੋਕ ਵਾਹਿਗੁਰੂ ਸਵਾਰ ਦਿੰਦਾ, ਦੋਵੇਂ ਥਾਵ ਰੱਖੇ ਗੁਰ ਸੂਰੇ।
ਦੋਵੇਂ ਥਾਂ ਗੁਰੂ ਸੂਰਮੇ ਨੇ ਉਹਨਾਂ ਦੇ ਰੱਖ ਲਏ, ਬਚਾ ਲਿਆ ਦੋਵਾਂ ਥਾਵਾਂ ਤੋਂ। ਨਿਹਚਲ ਦਿੱਤੀ ਅਨ ਜਾਏ, ਜਾਏ ਦਾ ਅਰਥ ਹੈ ਜਗ੍ਹਾ। ਉਹਨਾਂ ਨੂੰ ਨਿਹਚਲ ਥਾਂ ਦੇ ਦਿੱਤੀ ਜਿੱਥੋਂ ਉਹਨਾਂ ਨੂੰ ਵਾਰ-ਵਾਰ ਆਉਣਾ ਤੇ ਜਾਣਾ ਨਹੀਂ ਪੈਂਦਾ। ਉਹ ਟਿਕਾਣਾ ਦੇ ਦਿੱਤਾ, ਟਿਕਾ ਵਾਲੀ ਜਗ੍ਹਾ, ਭਾਵ ਸੱਚਖੰਡ ਦੇ ਵਿੱਚ ਉਹਨਾਂ ਨੂੰ ਵਾਸਾ ਦੇ ਦਿੱਤਾ। ਉਹਨਾਂ ਨੂੰ ਵਾਰ-ਵਾਰ ਜੰਮਣਾ ਤੇ ਨਹੀਂ ਮਰਨਾ ਤੇ ਨਹੀਂ ਪੈਂਦਾ, ਜੰਮਣਾ ਮਰਨਾ ਨਹੀਂ ਪੈਂਦਾ। ਸੰਸਾਰ ਸਾਗਰ ਤੇ ਰੱਖਿਆ ਨਾ ਬਾਹੁੜ ਨਾ ਜਨਮੈ ਧਾਏ, ਸੰਸਾਰ ਸਮੁੰਦਰ ਤੋਂ ਵੀ ਉਹਨਾਂ ਨੂੰ ਬਚਾ ਲਿਆ ਵਾਹਿਗੁਰੂ ਨੇ। ਉਹ ਵਾਰ-ਵਾਰ ਨਾ ਜੰਮੇ, ਬਾਹੁੜ ਦਾ ਅਰਥ ਹੈ ਦੁਬਾਰਾ, ਦੁਬਾਰਾ ਨਹੀਂ ਜਨਮ ਦੇ ਧਾਏ, ਤੇ ਨਾ ਹੀ ਫਿਰ ਮਰ ਕੇ ਇੱਥੋਂ ਜਾਂਦੇ ਨੇ, ਨਾ ਹੀ ਜਨਮ ਮਰਨ ਦੇ ਵਿੱਚ ਉਹ ਦੌੜਦੇ, ਭਾਵ 84 ਲੱਖ ਜੂਨਾਂ ਵਿੱਚ ਭਟਕਦੇ ਨੇ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ। ਜਿਹਵਾ ਏਕ, ਜ਼ਬਾਨ ਤਾਂ ਇੱਕ ਆ, ਪਰਮੇਸ਼ਰ ਦੇ ਗੁਣ ਅਨੇਕਾਂ ਨੇ। ਪਾਤਸ਼ਾਹ ਕਹਿ ਰਹੇ ਨੇ ਬਸ ਅਸੀਂ ਤਾਂ ਇੰਨਾ ਕਹਿ ਸਕਦੇ, ਜਿਹੜੇ ਉਹਦੇ ਚਰਨੀ ਪੈ ਗਏ ਨਾ ਉਹ ਤਰ ਗਏ। ਜਿਹੜੇ ਵਾਹਿਗੁਰੂ ਦੇ ਚਰਨੀ ਪੈ ਗਏ ਨਾ, ਗਿਣਤੀ ਕੋਈ ਨਹੀਂ ਵੀ ਕਿੰਨੇ ਕੁ ਤਰੇ ਆ। ਮਹਾਰਾਜ ਕਹਿੰਦੇ ਜਿਹੜੇ ਵੀ ਚਰਨੀ ਪੈ ਗਏ, ਉਹ ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ, ਭਾਵੇਂ ਈਸਾਈ ਹੈ, ਭਾਵੇਂ ਸਿੱਖ, ਕੋਈ ਵੀ ਹੈ, ਜਿਹੜੇ ਰੱਬ ਦੇ ਚਰਨੀ ਪੈ ਗਏ ਉਹ ਤਰ ਗਏ। ਫਲ ਗੁਣ ਨਿਤ ਸਲਾਹੀਐ, ਜਿਸਨੋਂ ਤਿਲ ਨਾ ਤਮਾਏ। ਫਲ ਗੁਣ ਦਾ ਅਰਥ ਹੈ ਫੱਗਣ। ਫੱਗਣ ਦੇ ਮਹੀਨੇ ਦੁਆਰਾ ਜਿਹੜਾ ਅੱਜ ਪ੍ਰਾਰੰਭ ਹੋਇਆ, ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ ਨਿਤ ਸਲਾਹੀਆ। ਭਾਈ ਉਸ ਵਾਹਿਗੁਰੂ ਨੂੰ ਨਿਤ ਸਲਾਉਣਾ ਕਰੀ, ਨਿਤ ਉਹਦੀ ਸਿਫਤ ਕਰੀ, ਨਿਤ ਉਹਦੀ ਵਡਿਆਈ ਕਰੀਏ। ਕਿਹੜੇ ਵਾਹਿਗੁਰੂ ਜੀ? ਜਿਸਨੂੰ ਤਿਲ ਨਾ ਤੰਬਾਏ, ਜਿਹਨੂੰ ਤਿਲ ਜਿੰਨੀ ਵੀ ਇੱਛਾ ਨਹੀਂ ਆਪਣੀ ਵਡਿਆਈ ਕਰਵਾਉਣ ਦੀ। ਰੱਬ ਨੂੰ ਥੋੜ੍ਹਾ ਇੱਛਾ, ਉਹਨੂੰ ਤੇ ਕੋਈ ਇੱਛਾ ਨਹੀਂ, ਉਹਦੀ ਵਡਿਆਈ ਕਰੋ ਨਾ ਕਰੋ ਉਹਨੂੰ ਕੋਈ ਫਰਕ ਨਹੀਂ ਪੈਂਦਾ। ਜੇ ਵਡਿਆਈ ਕਰਨੀ ਹੈ ਤੇ ਆਪਾਂ ਆਪਣੇ ਭਲੇ ਵਾਸਤੇ ਕਰਨੀ। ਰੱਬ ਦੀ ਵਡਿਆਈ ਕਰਨ ਨਾਲ ਸਾਡਾ ਭਲਾ ਹੋਣਾ, ਰੱਬ ਦਾ ਥੋੜ੍ਹਾ ਭਲਾ ਹੋਣਾ। ਉਹਨੂੰ ਤਾਂ ਇੱਛਾ ਹੀ ਕੋਈ ਨਹੀਂ, ਕਰੋ ਭਾਵੇਂ ਨਾ ਕਰੋ, ਉਹਦੀ ਵਡਿਆਈ ਤੇ ਉਹਦੀ ਹੋ ਹੀ ਜਾਣੀ ਹੈ। ਜਿਸ ਨੂੰ ਤਿਲ ਜਿੰਨੀ ਵੀ ਇੱਛਾ ਰਹੀ, ਬੰਦੇ ਨੂੰ ਇੱਛਾ ਹੁੰਦੀ ਮੇਰੀ ਵਡਿਆਈ ਹੋਵੇ, ਮੇਰੇ ਵਰਗੇ ਨੂੰ ਇੱਛਾ ਹੁੰਦੀ ਮੇਰੀ ਵਡਿਆਈ ਹੋਵੇ, ਪਰ ਸਤਿਗੁਰੂ ਪਾਤਸ਼ਾਹ ਨੂੰ ਤੇ ਨਾ ਪਰਮੇਸ਼ਰ ਨੂੰ, ਉਹਨਾਂ ਨੂੰ ਕੋਈ ਇੱਛਾ ਨਹੀਂ ਸਾਡੀ ਕੋਈ ਵਡਿਆਈ ਕਰੇ। ਤੇ ਇਸੇ ਕਰਕੇ ਮਹਾਰਾਜ ਕਹਿੰਦੇ ਫਿਰ ਵਡਿਆਈ ਉਹਦੀ ਕਰਨੀ ਚਾਹੀਦੀ ਜਿਹਨੂੰ ਇੱਛਾ ਹੀ ਨਹੀਂ ਵਡਿਆਈ ਕਰਾਉਣ ਦੀ। ਉਹਦੀ ਵਡਿਆਈ ਕਰਾਂਗੇ ਤਾਂ ਸਾਡਾ ਭਲਾ ਹੋਵੇਗਾ, ਸਾਡਾ ਇਹ ਜੀਵਨ ਸਫਲਾ ਹੋਵੇਗਾ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਾਰੇ। ਹੁਣ ਇਹ 12 ਮਾਹ ਦੀ ਪਾਵਨ ਗੁਰਬਾਣੀ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਚਾਰੀ ਹੈ। ਮਹੀਨੇ 12 ਨੇ, ਪੌੜੀਆਂ 14 ਨੇ। ਅਤੇ ਪਹਿਲੀ ਪੌੜੀ ਦੇ ਵਿੱਚ ਇਹ ਦਰਸਾਇਆ ਸੀ ਕਿ ਅਸੀਂ ਕੀਤੇ ਹੋਏ ਕਰਮਾਂ ਕਰਕੇ ਰੱਬ ਨਾਲੋਂ ਵਿਛੜੇ ਹੋਏ ਹਾਂ, ਟੁੱਟੇ ਹੋਏ ਹਾਂ। ਅਤੇ ਜਿਵੇਂ ਦੁੱਧ ਤੋਂ ਬਿਨਾਂ ਜਿਹੜੀ ਗਾਂ ਕਿਸੇ ਕੰਮ ਨਹੀਂ ਆਉਂਦੀ, ਕਹਿੰਦੇ ਇਸੇ ਤਰ੍ਹਾਂ ਚੰਗੇ ਜੀਵਨ ਤੋਂ ਬਿਨਾਂ, ਸ਼ੁਭ ਕਰਮਾਂ ਤੋਂ ਬਿਨਾਂ ਇਹ ਮਨੁੱਖ ਵੀ ਕਿਸੇ ਕੰਮ ਦਾ ਨਹੀਂ, ਇਹ ਜੀਵ ਵੀ ਕਿਸੇ ਕੰਮ ਦਾ ਨਹੀਂ। ਹੁਣ ਜਿਹੜੀ ਗਾਂ ਦੁੱਧ ਨਹੀਂ ਦਿੰਦੀ ਉਹਨੂੰ ਘਰੇ ਥੋੜ੍ਹਾ ਕੋਈ ਰੱਖਦਾ, ਕਹਿੰਦੇ ਫੰਡਰ ਨੂੰ ਕੀ ਰੱਖਣਾ, ਕੌਣ ਰੱਖੇਗਾ ਉਹਨੂੰ? ਜੇ ਕੋਈ ਪੱਠੇ ਵੀ ਪਾਉਂਦਾ ਹੈ ਤੇ ਉਹ ਪੱਠੇ ਚੱਜ ਦੇ ਨਹੀਂ ਪਾਉਂਦੇ, ਇਹਨੂੰ ਜਿਹੜੇ ਵਧਿਆ ਘਟਿਆ ਹੁੰਦਾ ਉਹਨੂੰ ਪਾ ਦਿੰਦੇ। ਤੇ ਜਿਹੜੀਆਂ ਦੁੱਧ ਦਿੰਦੀਆਂ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਉਹਨਾਂ ਦੀ ਸੇਵਾ ਹੁੰਦੀ ਹੈ, ਉਹਨਾਂ ਨੂੰ ਵਿਸ਼ੇਸ਼ ਜਿਹੜਾ ਹੈ ਖਾਣਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਹੜੇ ਚੰਗੇ ਕਰਮ ਨਹੀਂ ਕਰਦੇ ਉਹਨਾਂ ਨੂੰ ਰੱਬ ਐਵੇਂ ਸੁੱਟ ਦਿੰਦਾ ਨਰਕਾਂ 'ਚ, ਛੱਡੋ ਖੜਾ ਇਹਨਾਂ ਨੇ ਕੁਝ ਦੇਣਾ। ਤੇ ਜਿਹੜੇ ਚੰਗੇ ਕਰਮ ਕਰਕੇ ਜੀਵਨ ਸਵਾਰ ਕੇ ਜਾਂਦੇ ਨੇ ਉਹਨਾਂ ਨੂੰ ਵਿਸ਼ੇਸ਼ ਥਾਂ ਦਿੰਦਾ ਵੀ ਇਹਨਾਂ ਨੇ ਆਪਣਾ ਭਲਾ ਕੀਤਾ ਤੇ ਹੋਰਨਾਂ ਦਾ ਵੀ ਕੀਤਾ। ਹੁਣ ਗਾਂ ਦਾ ਆਪਣਾ ਵੀ ਭਲਾ ਤੇ ਦੂਜੇ ਦਾ ਵੀ ਭਲਾ, ਸੋ ਇਉਂ ਉਹਨਾਂ ਨੂੰ ਵਡਿਆਈ ਮਿਲਦੀ ਹੈ। ਤੇ ਅਖੀਰਲੀ ਪੌੜੀ ਦੇ ਵਿੱਚ ਉਹ ਫਲ ਦੱਸ ਦਿੱਤਾ ਹੈ ਕਿ ਜੇ ਵਿਛੜੇ ਆ ਤੇ ਫਿਰ ਮਿਲ ਕਰਕੇ ਖੇਡ ਬਣੇਗੀ ਕੀ। ਤਾਂ ਮਿਲਣ ਦਾ ਢੰਗ ਕੀ ਹੈ? ਉਹ ਇੱਕੋ ਹੀ ਹੈ ਕਿ ਜਿਹਦੇ ਨਾਲੋਂ ਵਿਛੜੇ ਆ ਉਹਦੇ ਨਾਲ ਜੁੜੀਏ। ਵਿਸਥਾਰ ਵੱਲ ਨਾ ਜਾਵਾਂ, ਡਾਕਟਰ ਭਾਈ ਵੀਰ ਸਿੰਘ ਨੇ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕੀਤਾ, ਤੁਸੀਂ ਉਹ ਸੁਣੀ ਵੀ ਹੋਈ ਹੈ। ਉਹਨਾਂ ਨੇ ਕੋਲੇ ਦੀ ਉਦਾਹਰਨ ਦਿੱਤੀ। ਉਹ ਕਹਿੰਦੇ ਨੇ ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ,
ਖੁੰਬੇ ਚਾੜ ਰੰਗਣ ਭੀ ਧਰਿਆ, ਰੰਗ ਨਾ ਉਸ ਵਟਾਇਆ। ਕਹਿੰਦੇ ਸਾਬਣ ਲਾ ਲਾ ਕੇ ਕੋਲੇ ਨੂੰ ਧੋਤਾ, ਪਰ ਉਹਦੀ ਕਾਲਖ ਨਾ ਲੱਥੀ, ਉਹ ਕਾਲਾ ਹੀ ਰਿਹਾ। ਉਹਨੂੰ ਦੁੱਧ ਦਹੀਂ 'ਚ ਪਾ ਕੇ ਰੱਖਿਆ, ਫਿਰ ਵੀ ਕਾਲੇ ਦਾ ਕਾਲਾ। ਉਹਨੂੰ ਉਬਾਲ ਕਰਕੇ ਜਦੋਂ ਜਿਹੜੇ ਲਲਾਰੀ ਰੰਗ ਚੜਾਉਂਦੇ ਨਾ, ਉਹ ਪਹਿਲਾਂ ਖੁੰਬ ਚੜਾਉਂਦੇ ਆ ਕੱਪੜੇ ਨੂੰ, ਫਿਰ ਰੰਗ ਚੜਾਉਂਦੇ ਆ। ਕਹਿੰਦੇ ਖੁੰਬੇ ਚਾੜ ਰੰਗਣ ਭੀ ਧਰਿਆ, ਸੋ ਉਹਨੂੰ ਪਾ ਦੇ ਕਰਕੇ ਰੰਗਣ ਵੀ ਚਾੜਨਾ ਕੀਤਾ, ਰੰਗ ਨਾ ਉਸ ਵਟਾਇਆ, ਪਰ ਕੋਲੇ ਦੇ ਰੰਗ ਨਾ ਵਟਾਇਆ, ਕਾਲਾ ਹੀ ਰਿਹਾ। ਵਿਛੜ ਕੇ ਕਾਲਖ ਜੋ ਆਈ ਬਿਨ ਮਿਲਿਆ ਨਾ ਲੈਂਦੀ। ਕਹਿੰਦੇ ਉਹਨੂੰ ਕਾਲਖ ਕਿਉਂ ਆਈ? ਕਹਿੰਦੇ ਉਹ ਆਪਣੇ ਮੂਲ ਨਾਲੋਂ ਟੁੱਟ ਗਿਆ, ਮੁੱਢ ਨਾਲੋਂ ਟੁੱਟ ਗਿਆ, ਤੇ ਆਪਣੇ ਮੁੱਢ ਨਾਲੋਂ ਟੁੱਟਣ ਕਰਕੇ ਜਿਹੜੀ ਉਹਦੇ ਤੇ ਕਾਲਖ ਆਈ, ਜਿੰਨਾ ਚਿਰ ਫੇਰ ਉੱਥੇ ਨਹੀਂ ਮਿਲਦਾ ਉਹਨਾਂ ਚਿਰ ਉਹ ਦੂਰ ਨਹੀਂ ਹੋਣੀ। ਤੇ ਅਗਲਾ ਬਚਨ ਕੀਤਾ ਸੀ, ਅੰਗ ਅੱਗ ਤੇ ਲਾ ਕੇ ਵੇਖੋ ਚੜ੍ਹਦਾ ਰੂਪ ਸੁਆਇਆ। ਕਹਿੰਦੇ ਅੱਗ ਤੋਂ ਕੋਲਾ ਬਣਿਆ, ਤੇ ਜੇ ਕਿਤੇ ਕੋਲੇ ਨੂੰ ਫਿਰ ਅੱਗ ਵਿੱਚ ਰੱਖ ਕੇ ਵੇਖੋ, ਉਸੇ ਵੇਲੇ ਲਾਲ ਸੁਰਖ ਹੋ ਕੇ ਮੱਗ ਜਾਵੇਗਾ, ਕਾਲਖ ਉਦੋਂ ਹੀ ਦੂਰ ਹੋ ਜਾਵੇਗੀ। ਆਪਾਂ ਵੇਖਦੇ ਨਾ ਘਰਾਂ 'ਚ ਕੋਲੇ ਕਾਲੇ ਹੁੰਦੇ ਆ, ਤੇ ਜਦੋਂ ਆਪਾਂ ਅੱਗ ਤੇ ਰੱਖ ਦਿੰਦੇ ਹਾਂ ਉਹ ਕੋਲਾ ਲਾਲ ਹੋ ਜਾਂਦਾ, ਐਨ ਸੁਰਖ, ਕਾਲਖ ਰਹਿ ਨਹੀਂ ਜਾਂਦੀ। ਉਹ ਗੱਲ ਤੇ ਸਾਨੂੰ ਸਮਝਾਈ ਹੈ ਕਿ ਜਿਹੜੀ ਕਾਲਖ ਰੱਬ ਤੋਂ ਟੁੱਟ ਕੇ ਜੀਵਨ ਵਿੱਚ ਆਈ ਹੈ, ਉਹ ਉਹਦੇ ਨਾਲ ਜੁੜਨ ਤੋਂ ਬਿਨਾਂ ਦੂਰ ਨਹੀਂ ਹੋਣੀ, ਉੱਥੇ ਹੀ ਫਿਰ ਜੁੜਨਾ ਪੈਣਾ ਹੈ। ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਸੂਤਾ ਕਿਆ ਕਰਹਿ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਵਿਛੜਾ, ਤਾਹੀ ਕੇ ਸੰਗ ਲਾਗ। ਜਿਹਦੇ ਨਾਲ ਵਿਛੜਿਆ ਨਾ, ਉਹਦੇ ਨਾਲ ਜੁੜੇਗਾ ਤੇ ਫਿਰ ਖੇਡ ਬਣਨੀ ਹੈ, ਤੇ ਉਹਦੇ ਨਾਲ ਜੁੜਨ ਦਾ ਜਰੀਆ ਹੈ ਨਾਮ ਜਪਣਾ। ਤੇ ਪਾਤਸ਼ਾਹ ਕਹਿੰਦੇ, ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ। ਜਿਨ੍ਹਾਂ ਜਿਨ੍ਹਾਂ ਜੀਵਾਂ ਨੇ ਵਾਹਿਗੁਰੂ ਦਾ ਨਾਮ ਧਿਆਇਆ ਜਪਿਆ ਹੈ, ਉਹਨਾਂ ਦੇ ਇੱਥੇ ਵੀ ਸਾਰੇ ਕਾਰਜ ਪੂਰੇ ਹੋਏ ਨੇ, ਤੇ ਜੀਵਨ ਦਾ ਕਾਰਜ ਵੀ ਉਹਨਾਂ ਦਾ ਸਰ ਜਾਂਦਾ, ਪੂਰਾ ਹੋ ਜਾਂਦਾ। ਹਰ ਗੁਰ ਪੂਰਾ ਆਰਾਧਿਆ, ਦਰਗਹਿ ਸੱਚ ਖਰੇ। ਹਰ ਗੁਰ ਦਾ ਅਰਥ ਹੁੰਦਾ ਰੱਬ ਦਾ ਰੂਪ, ਗੁਰੂ ਸਾਹਿਬ। ਸਿੱਧਾ ਅਰਥ ਕਰੀਏ, ਪਰਮੇਸ਼ਰ ਦਾ ਸਵਰੂਪ ਸਤਿਗੁਰੂ ਪੂਰੇ ਨੂੰ ਜਿਨ੍ਹਾਂ ਨੇ ਆਰਾਧਿਆ ਹੈ, ਦਰਗਹਿ ਸੱਚ ਖਰੇ, ਉਹ ਸੱਚੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਖਰੇ ਉਤਰੇ ਨੇ। ਖਰੇ, ਖਰੇ ਦਾ ਅਰਥ ਚੰਗੇ, ਉਹ ਖਰੇ ਉਤਰੇ ਨੇ, ਅਥਵਾ ਉਹ ਖੜੇ ਨੇ, ਅੱਗੇ ਸੋਭਾ ਪਾ ਰਹੇ ਨੇ, ਸਦਾ ਹੀ ਉਸ ਮਾਲਕ ਦੇ ਦਰ ਤੇ ਖੜੇ ਹੋਏ। ਸਰਬ ਸੁਖਾ ਨਿਧ ਚਰਨ ਹਾਰ, ਭਉ ਜਲ ਬਿਖਮ ਤਾਰੇ। ਸਾਰੇ ਸੁੱਖਾਂ ਦਾ ਖਜ਼ਾਨਾ ਵਾਹਿਗੁਰੂ ਦੇ ਚਰਨ ਨੇ, ਤੇ ਜਿਨ੍ਹਾਂ ਨੇ ਉਸ ਚਰਨਾਂ ਨਾਲ ਸੰਬੰਧ ਬਣਾਇਆ, ਚਰਨਾਂ ਨਾਲ ਜੁੜਨਾ ਕੀਤਾ ਹੈ, ਉਹ ਇਸ ਭਿਆਨਕ ਭਉਜਲ ਸੰਸਾਰ ਤੋਂ ਤਰ ਗਏ ਨੇ। ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹੇ ਜਰੇ। ਪ੍ਰੇਮਾ ਭਗਤੀ ਤਿਨਾਂ ਨੇ ਪ੍ਰਾਪਤ ਕੀਤੀ ਹੈ, ਵਿਖਿਆ ਨਾਹੇ ਜਰੇ। ਉਹ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਸੜੇ ਨਹੀਂ, ਬਚ ਗਏ ਵਿਸ਼ੇ ਵਿਕਾਰਾਂ ਦੀ ਅੱਗ ਤੋਂ। ਕੂੜ ਗਏ ਦੁਬਿਧਾ ਨਸੀ, ਪੂਰਨ ਸੱਚ ਭਰੇ। ਉਹਨਾਂ ਦੇ ਅੰਦਰੋਂ ਕੂੜ ਦੂਰ ਹੋ ਗਿਆ, ਝੂਠ ਦੂਰ ਹੋ ਗਿਆ। ਦੁਬਿਧਾ ਨਸੀ, ਦੁਬਿਧਾ ਵੀ ਭੱਜ ਗਈ ਅੰਦਰੋਂ, ਨਸੀ ਦਾ ਅਰਥ ਭੱਜ ਗਈ, ਦੁਬਿਧਾ ਵੀ ਦੂਰ ਹੋ ਗਈ। ਦੁਬਿਧਾ ਕੀ ਸੀ? ਦੋ ਵਿਧਾ, ਦੋ ਪ੍ਰਕਾਰ ਦਾ ਮਨ ਹੋਣਾ। ਇੱਕ ਪਾਸੇ ਮਾਇਆ ਪਰਿਵਾਰ ਦੇ ਮੋਹ ਵਿੱਚ ਫਸਿਆ, ਦੂਜੇ ਪਾਸੇ ਗੁਰੂ ਵੱਲ, ਅਥਵਾ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀ ਜਾਣਾ, ਦੂਜੇ ਪਾਸੇ ਕਬਰਾਂ ਤੇ ਮੜੀਆਂ ਤੇ ਥਾਂ ਥਾਂ ਮੱਥਾ ਟੇਕੀ ਜਾਣਾ, ਉਹਨੂੰ ਵੀ ਦੁਬਿਧਾ ਕਹਿੰਦੇ ਨੇ। ਕਹਿੰਦੇ ਉਹ ਹੁਣ ਦੁਬਿਧਾ ਦੂਰ ਹੋ ਗਈ ਹੈ, ਦੁਬਿਧਾ ਭੱਜ ਗਈ। ਪੂਰਨ ਸੱਚ ਭਰੇ, ਕਹਿੰਦੇ ਹੁਣ ਤਾਂ ਅੰਦਰ ਪੂਰਨ ਸੱਚ ਨਾਲ ਭਰ ਗਿਆ, ਸੱਚ ਹੀ ਸੱਚ ਅੰਦਰ ਉਸ ਜੀਵ ਦੇ ਅੰਦਰ, ਅਥਵਾ ਉਹ ਪੂਰਨ ਵਿਆਪਕ ਸੱਚਾ ਜੋ ਵਾਹਿਗੁਰੂ ਹੈ ਉਹਦਾ ਅੰਦਰ ਟਿਕਾ ਹੋ ਗਿਆ। ਪਾਰ ਬ੍ਰਹਮ ਪ੍ਰਭ ਸੇਵ ਦੇ, ਮਨ ਅੰਦਰ ਏਕ ਧਰੇ। ਉਹ ਤਾਂ ਹੁਣ ਉਹ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਜੋ ਬ੍ਰਹਮ ਪਰਮੇਸ਼ਰ ਹੈ, ਉਸ ਪ੍ਰਭੂ ਦੀ ਸੇਵਾ ਕਰਦੇ ਨੇ, ਉਸ ਨੂੰ ਚੇਤੇ ਕਰਦੇ ਨੇ। ਮਨ ਅੰਦਰ ਏਕ ਧਰੇ, ਆਪਣੇ ਮਨ ਦੇ ਅੰਦਰ ਇੱਕ ਵਾਹਿਗੁਰੂ ਨੂੰ ਟਿਕਾ ਕੇ ਰੱਖਦੇ ਨੇ, ਕਹਿੰਦੇ ਹੋਰ ਕੋਈ ਹੈ ਹੀ ਨਹੀਂ। ਤੇ ਜਿਹੜੇ ਐਸੇ ਗੁਰਮੁਖ ਨੇ, ਉਹਨਾਂ ਦੀ ਅਵਸਥਾ ਕੀ ਬਣਦੀ ਹੈ? ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰ ਕਰੇ। ਜਿਨ੍ਹਾਂ ਦੇ ਉੱਪਰ ਵਾਹਿਗੁਰੂ ਨਦਰ ਕਰ ਦਿੰਦਾ, ਕਿਰਪਾ ਕਰ ਦਿੰਦਾ, ਉਹਨਾਂ ਵਾਸਤੇ ਹਰ ਮਹੀਨਾ ਸਫਲਾ ਹੁੰਦਾ ਹੈ।
ਉਹਨਾਂ ਵਾਸਤੇ ਮਹੀਨੇ ਵੀ, ਉਹਨਾਂ ਵਾਸਤੇ ਦਿਨ। ਤੇ ਮਹੂਰਤ ਦਾ ਅਰਥ ਹੁੰਦਾ ਹੈ 2 ਘੜੀਆਂ ਦਾ ਸਮਾਂ। ਜਿਵੇਂ ਆਪਾਂ ਕਈ ਵਾਰ ਮਹੂਰਤ ਕਰਾਉਣੇ ਨਾ, ਥੋੜ੍ਹੇ ਸਮੇਂ ਵਾਸਤੇ ਸਤਿਗੁਰਾਂ ਨੂੰ ਲੈ ਕੇ ਜਾਂਦੇ ਹਾਂ, ਘਰ ਵਿੱਚ ਵੀ ਕਰਾਉਣੇ, ਦੁਕਾਨ ਦਾ ਵੀ ਕਰਾਉਣੇ। ਭਾਵ ਕਿ ਉਹਨਾਂ ਵਾਸਤੇ ਮਹੀਨੇ, ਦਿਨ, 2 ਘੜੀਆਂ ਦਾ ਸਮਾਂ ਸਾਰੇ ਭਲੇ ਚੰਗੇ ਹੋ ਜਾਂਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰਦਾ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰਹੁ ਹਰੇ। ਤੇ ਅਖੀਰ ਵਿੱਚ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਅਸੀਂ ਤਾਂ ਵਾਹਿਗੁਰੂ ਤੁਹਾਡੇ ਕੋਲੋਂ ਦਰਸ਼ਨਾਂ ਦਾ ਦਾਨ ਮੰਗਦੇ ਹਾਂ। ਇਹ ਹਰੇ ਵਾਹਿਗੁਰੂ ਪਰਮੇਸ਼ਰ ਸਾਡੇ ਤੇ ਕਿਰਪਾ ਕਰੋ, ਸਾਨੂੰ ਆਪਣੇ ਦਰਸ਼ਨ ਬਖਸ਼ੋ। ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਦੇ ਮਹੀਨੇ ਦੁਆਰਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ, ਜਿਸ ਦਾ ਮੁੱਖ ਭਾਵ ਇਹ ਹੈ ਅਸੀਂ ਸਤਿਗੁਰਾਂ ਨਾਲ ਜੁੜ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਗੁਰੂ ਦੱਸੀ ਮਰਿਆਦਾ ਵਿੱਚ ਚੱਲ ਕਰਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹਨਾਂ ਬਚਨਾਂ ਦੀ ਕਮਾਈ ਕਰਾਂਗੇ, ਸੇਵਾ ਸਿਮਰਨ ਕਰਾਂਗੇ, ਸਤ ਸੰਗਤ ਕਰਾਂਗੇ, ਬਾਣੀ ਪੜਾਂਗੇ, ਚੰਗੇ ਕਰਮ ਕਰਾਂਗੇ ਤਾਂ ਸਾਡਾ ਇਹ ਮਹੀਨਾ ਸੁੱਖ ਨਾਲ ਬਤੀਤ ਹੋਵੇਗਾ। ਇਹ ਮਹੀਨਾ ਕੀ ਸਾਰੀ ਜ਼ਿੰਦਗੀ ਸਾਡੀ ਜਿਹੜੀ ਉਹ ਸੁਖਮਈ ਹੋ ਜਾਵੇਗੀ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਮੱਤ ਆ ਜਾਵੇ। ਸਤਿਗੁਰਾਂ ਨੇ ਰਹਿਮਤ ਕਰਕੇ ਜਿਵੇਂ ਪਿਛਲਾ ਮਹੀਨਾ ਮਾਘ ਦਾ ਆਪਣੇ ਭਾਣੇ ਅੰਦਰ ਬਤੀਤ ਕਰਵਾਇਆ ਹੈ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਹੈ ਜੋ ਅੱਜ ਫੱਗਣ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਸਤਿਗੁਰੂ ਜੀ ਕਿਰਪਾ ਕਰਿਓ, ਆਪਣੀ ਭਾਣੇ ਅੰਦਰ ਬਾਣੀ ਪੜ੍ਹਦਿਆਂ ਪੜ੍ਹਾਉਂਦਿਆਂ, ਸੇਵਾ ਸਿਮਰਨ ਕਰਦਿਆਂ ਕਰਾਉਂਦਿਆਂ, ਸਤ ਸੰਗਤ ਕਰਦਿਆਂ, ਚੰਗੇ ਕਰਮ ਕਰਦਿਆਂ ਹੋਏ, ਆਪਣੀ ਮਰਿਆਦਾ ਵਿੱਚ ਵਿਚਰਦਿਆਂ ਹੋਇਆਂ ਇਹ ਆਪਣੇ ਭਾਣੇ ਅੰਦਰ ਇਹ ਮਹੀਨਾ ਬਤੀਤ ਕਰਵਾਇਓ। ਇਹ ਗੁਰੂ ਚਰਨਾਂ ਵਿੱਚ ਅਰਦਾਸ ਹੈ। ਇਤਨੀ ਸੇਵਾ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ ਬਖਸ਼ਿਓ। 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰਹੁ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।